ਵਾਹਿਗੁਰੂ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਸਤਸੰਗਤ ਦੀ ਘੜੀ ਬਖਸ਼ੀ ਤੇ ਸਾਸਕਰਾ ਸਿਮਰਨ ਤੇ ਸਾਸਾ ਸਿਮਰਨ ਕਰ ਰਹੇ ਸੀ। ਸਾਡਾ ਮਕਸਦ ਸਾਰਿਆਂ ਦਾ ਇੱਕ ਹੀ ਹੈ, ਬ੍ਰਹਮ ਪ੍ਰਮਾਤਮਾ ਨਾਲ ਮਿਲਾਪ ਕਰਨਾ, ਜੀਵਨ ਦਾ ਲਾਹਾ ਲੈਣਾ। ਹੁਣ ਇਸ ਹਫ਼ਤੇ ਜਿਵੇਂ ਆਪ ਜੀ ਨੂੰ ਪਤਾ ਹੋਵੇਗਾ ਕਿ ਪਿਛਲੇ 20 ਤਰੀਕ ਨੂੰ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਵੀ ਲੰਘ ਕੇ ਹਟਿਆ। ਫਿਰ ਸੇ ਸਾਰੇ ਸੰਗਤਾਂ ਨੂੰ ਬੇਅੰਤ ਵਧਾਈਆਂ ਮਹਾਰਾਜ ਦੇ ਅਵਤਾਰ ਪੁਰਬ 'ਤੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਸੀ। ਸੋ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਕਿ ਸਤਿਗੁਰੂ ਦਾ ਜਿਹੜਾ ਮਨ ਆ ਉਹਦਾ ਸਿੱਧਾ ਪ੍ਰਕਾਸ਼ ਹੁੰਦਾ ਆ ਨਾਮ ਦੇ ਵਿੱਚੋਂ। ਜਿਹਨੂੰ ਮਹਾਰਾਜ ਕਹਿੰਦੇ ਆ ਕਿ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ, ਉਹਨਾਂ ਅੰਦਰ ਨਾਮ ਨਿਦਾਨ ਹੈ, ਨਾਮੋ ਪ੍ਰਗਟ ਹੋਏ। ਕਿ ਸਤਿਗੁਰੂ ਦਾ ਮਨ ਉਹ ਪ੍ਰਗਟ ਹੁੰਦਾ ਹੈ ਸਿੱਧਾ ਨਾਮ ਦੇ ਵਿੱਚੋਂ। ਬਾਕੀ ਜਿਹੜੇ ਆਮ ਜੀਵ ਹੁੰਦੇ ਆ ਸਾਡੇ ਵਰਗੇ ਸੰਸਾਰ ਵਿੱਚ, ਸਾਡੇ ਜਿਹੜੇ ਮਨ ਆ ਇਹ ਪੰਜਾਂ ਤੱਤਾਂ ਤੋਂ ਪ੍ਰਗਟ ਹੁੰਦੇ ਆ, ਜਿਹਨੂੰ ਮਹਾਰਾਜ ਕਹਿੰਦੇ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਜ ਤੱਤ ਤੇ ਜਨਮ। ਸਤਿਗੁਰੂ ਸ਼ੁਰੂ ਤੋਂ ਜਾਗਤ ਅਵਸਥਾ ਦੇ ਵਿੱਚ ਹੁੰਦੇ ਆ, ਕਿਉਂਕਿ ਉਹ ਸਿੱਧਾ ਨਾਮ ਦੇ ਵਿੱਚੋਂ ਪ੍ਰਗਟ ਹੁੰਦੇ ਆ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਬਚਿੱਤਰ ਨਾਟਕ ਦੇ ਵਿੱਚ ਦੱਸਿਆ ਕਿ ਇਸ ਜਗਤ ਵਿੱਚ ਆਉਣ ਤੋਂ ਪਹਿਲਾਂ ਉਹ ਪਰਮਾਤਮਾ ਨਾਲ ਇੱਕਮਿਕ ਹੋਏ ਤੇ ਹਮੇਸ਼ਾ ਹੀ ਹਨ। ਤੇ ਉਹ ਕਿੱਥੇ ਜਾ ਕੇ ਉਹ ਇੱਕਮਿਕ ਹੋਏ, ਮਹਾਰਾਜ ਨੇ ਜ਼ਿਕਰ ਕੀਤਾ ਹੋਇਆ ਬਚਿੱਤਰ ਨਾਟਕ ਦੇ ਵਿੱਚ, ਕਿਵੇਂ ਉਹਨਾਂ ਨੇ ਪਰਮਾਤਮਾ ਨਾਲ ਮਿਲਾਪ ਕਰਕੇ ਫਿਰ ਬਾਅਦ 'ਚ ਮਹਾਰਾਜ ਨੇ ਇਹ ਵੀ ਦੱਸਿਆ ਉੱਥੇ ਕਿ ਕਿਵੇਂ ਪਰਮਾਤਮਾ ਨੇ ਉਹਨਾਂ ਨਾਲ ਬਚਨ ਕੀਤੇ, ਕਿਵੇਂ ਪਰਮਾਤਮਾ ਨੇ ਕਿਹਾ ਕਿ ਤੁਸੀਂ ਸੰਸਾਰ ਵਿੱਚ ਜਾਓ। ਉਹ ਬਚਿੱਤਰ ਨਾਟਕ ਦੇ ਵਿੱਚ, ਬਾਣੀ ਦੇ ਵਿੱਚ ਸਾਨੂੰ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਕਿ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੈ ਬਿਦ ਮੋਹਿ ਆਨੋ। ਮਹਾਰਾਜ ਦੱਸਦੇ ਕਿ ਅਸੀਂ ਆਪਣੀ ਕਥਾ ਹੁਣ ਸੁਣਾਉਂਦੇ ਹਾਂ ਕਿ ਕਿਵੇਂ ਅਸੀਂ ਸਾਧਨਾ ਕਰ ਰਹੇ ਸੀਗੇ ਤੇ ਕਿਵੇਂ ਅਸੀਂ ਇੱਧਰ ਆਏ ਸੰਸਾਰ ਵਿੱਚ। ਫਿਰ ਮਹਾਰਾਜ ਜ਼ਿਕਰ ਕਰਦੇ ਆ, ਕਹਿੰਦੇ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਫਿਰ ਉਸ ਸਥਾਨ ਦੀ ਗੱਲ ਕੀਤੀ ਮਹਾਰਾਜ ਨੇ ਕਿ ਕਿੱਥੇ ਉਹਨਾਂ ਨੇ ਤਪ ਕਰਕੇ, ਭਗਤੀ ਕਰਕੇ ਪ੍ਰਮਾਤਮਾ ਨਾਲ ਕਿੱਥੇ ਇੱਕਮਿਕ ਹੋਏ। ਮਹਾਰਾਜ ਕਹਿੰਦੇ ਆ ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਕਿ ਜਿੱਥੇ ਹੇਮਕੁੰਟ ਪਰਬਤ ਆ ਉੱਥੇ ਸਪਤ ਸ੍ਰਿੰਗ ਆ, 7 ਚੋਟੀਆਂ ਜਿਹਨਾਂ ਨੂੰ ਕਹਿ ਦਿੰਦੇ ਆ। ਸਪਤ ਸ੍ਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜੈ ਜੋਗ ਕਮਾਵਾ। ਕਹਿੰਦੇ ਰਾਜਾ ਪਾਂਡੂ ਨੇ ਵੀ ਉਸੇ ਸਥਾਨ ਤੇ ਜਾ ਕੇ ਪਰਮਾਤਮਾ ਨਾਲ ਅਭੇਦਤਾ ਹਾਸਲ ਕੀਤੀ। ਹੁਣ ਗੁਰੂ ਸਾਹਿਬ ਜਦੋਂ ਬਚਨ ਕਰਦੇ ਆ, ਉਹ ਸਾਚੀ ਸਾਖੀ, ਉਹ ਮਹਾਂਪੁਰਖਾਂ ਦੇ ਬਚਨ, ਉਹ ਹੁੰਦੀ ਆ ਖੋਜ, ਸਾਡੇ ਲਈ ਅੰਦਰਲੀ ਖੋਜ ਆ। ਮਹਾਰਾਜ ਸਾਨੂੰ ਗੁਰਬਾਣੀ 'ਚ ਸਮਝਾਉਂਦੇ ਆ ਕਿ ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਏ। ਕਿ ਜਿਹੜੇ ਗੁਰਮੁਖ ਜਾਣੇ ਆ ਉਹ ਕਾਇਆ ਦੀ ਖੋਜ ਕਰਦੇ ਆ ਤੇ ਬਾਕੀ ਸਾਰਾ ਸੰਸਾਰ ਭਰਮ ਭੁਲੇਖੇ ਦੇ ਵਿੱਚ ਪਿਆ ਹੋਇਆ। ਹੁਣ ਇਹ ਜਿਹੜੀ ਸਾਡੇ ਸਰੀਰ ਦੀ ਇੱਕ ਖੋਜ ਆ, ਮਹਾਰਾਜ ਨੇ ਇੱਥੇ ਜ਼ਿਕਰ ਕੀਤਾ ਹੋਇਆ ਆ ਕਿ ਕਿਹੜੀ ਪਰਬਤ ਤੇ ਜਾ ਕੇ ਉਹਨਾਂ ਨੇ ਤਪ ਕੀਤਾ, ਕਿੱਥੇ ਭਗਤੀ ਕੀਤੀ, ਜਿੱਥੇ ਜਾ ਕੇ ਲੀਨ ਹੋਏ ਪ੍ਰਮਾਤਮਾ ਦੇ ਵਿੱਚ। ਉਹ ਮਹਾਰਾਜ ਸਾਨੂੰ ਸਮਝਾਉਂਦੇ ਨੇ ਗੁਰਬਾਣੀ ਦੇ ਵਿੱਚ, ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਦੱਸ ਰਹੇ ਨੇ ਕਿ ਇਹ ਸਾਡਾ ਜਿਹੜਾ ਸਰੀਰ ਆ ਇੱਕ ਪਹਾੜ ਆ
ਜਿੱਥੇ ਸਾਡਾ 10ਵਾਂ ਦੁਆਰ ਸਭ ਤੋਂ ਉੱਪਰਲੀ ਜਗ੍ਹਾ ਆ, ਜਿਹਨੂੰ ਆਤਮ ਤੀਰਥ ਕਿਹਾ ਹੋਇਆ ਗੁਰਬਾਣੀ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਏ ਜੇ ਆਤਮ ਤੀਰਥ ਕਰੇ ਨਿਵਾਸ। ਤੇ ਮਹਾਰਾਜ ਗੁਰਬਾਣੀ ਸਾਨੂੰ ਸਮਝਾਉਂਦੇ ਨੇ ਕਿ ਇਹ ਜਿਹੜਾ ਪਹਾੜ ਆ, ਇਸ ਤੇ ਚੜ੍ਹ ਕੇ ਅਸੀਂ ਪ੍ਰਮਾਤਮਾ ਦਾ ਜਿਹੜਾ ਰਸ ਆ, ਅੰਮ੍ਰਿਤ ਰਸ, ਬ੍ਰਹਮ ਰਸ, ਹਰ ਰਸ, ਉਹ ਸਾਨੂੰ ਪ੍ਰਾਪਤ ਹੋਵੇਗਾ। ਇਸ ਪਹਾੜ ਦੇ ਉੱਪਰ ਚੜ੍ਹ ਕੇ ਸਾਡੇ ਜਿਹੜੇ 10ਵੇਂ ਦੁਆਰ ਆ, ਉੱਥੇ ਜਾ ਕੇ ਸਾਡਾ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਆ। ਮਹਾਰਾਜ ਫਰਮਾਉਂਦੇ ਨੇ, ਉੱਤਰ ਅਵਕਟ ਸਰਵਰ ਨਾਵੈ, ਬਕੇ ਨਾ ਬੋਲੇ ਹਰ ਗੁਣ ਗਾਵੈ, ਜਲ ਆਕਾਸੀ ਸੁਨ ਸਮਾਵੈ, ਰਸ ਸਤ ਝੋਲ ਮਹਾਰਸ ਪਾਵੈ। ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਉੱਤਰ ਵਾਲੇ ਪਾਸੇ, ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਨੌਰਥ ਕਹਿ ਦਿੰਦੇ ਹਾਂ, ਸਾਡੇ ਸਰੀਰ ਦਾ ਉੱਤਰ ਵਾਲਾ ਪਾਸਾ ਹੈਗਾ ਸਾਡਾ ਜਿਹੜਾ ਖੱਬਾ ਪਾਸਾ। ਮਹਾਰਾਜ ਕਹਿੰਦੇ ਉੱਤਰ ਅਵਕਟ ਸਰਵਰ ਨਾਵੈ, ਬਕੇ ਨਾ ਬੋਲੇ ਹਰ ਗੁਣ ਗਾਵੈ, ਜਲ ਆਕਾਸੀ ਸੁਨ ਸਮਾਵੈ, ਰਸ ਸਤ ਝੋਲ ਮਹਾਰਸ ਪਾਵੈ। ਕਿ ਜਦੋਂ ਅਸੀਂ ਇਸ ਪਹਾੜ ਤੇ ਉੱਤਰ ਵਾਲੇ ਪਾਸੇ ਦੀ ਚੜ੍ਹ ਕੇ ਜਾਂਦੇ ਹਾਂ ਉੱਪਰ, ਤੇ ਅਸੀਂ ਆਪਣੇ ਮਨ ਨੂੰ ਚੁੱਪ ਕਰਕੇ ਉੱਥੇ ਬਿਠਾਉਂਦੇ ਹਾਂ, ਹਰੀ ਦੇ ਗੁਣ ਗਾਇਨ ਕਰਦੇ ਹਾਂ। ਅਰਥਾਤ ਕਿ ਹਰੀ ਦੇ ਗੁਣ ਗਾਉਣੇ, ਕਿ ਉਹਨਾਂ ਦਾ ਨਾਮ ਉਚਾਰਨ ਕਰਨਾ, ਜਾਂ ਅਕਥ ਕਹਾਣੀ ਕਰਨੀ, ਹਰੀ ਦੇ ਗੁਣ ਗਾਉਣੇ ਵੀ ਹੁੰਦੇ ਆ। ਹੁਣ ਜਦੋਂ ਅਸੀਂ ਉੱਥੇ ਜਾਂਦੇ ਹਾਂ, ਫੁਰਨਿਆਂ ਤੋਂ ਰਹਿਤ ਹੋ ਕੇ, ਤ੍ਰੈ ਗੁਣਾਂ ਤੋਂ ਅਤੀਤ ਹੋ ਕੇ ਚੌਥੇ ਪਦ ਵਿੱਚ ਚਲੇ ਗਏ, ਜਦੋਂ ਸਾਡਾ ਮਨ ਸ਼ਬਦ ਨੂੰ ਵੀ ਸੁਣ ਰਿਹਾ ਹੁੰਦਾ ਆ, ਅਨਹਦ ਸ਼ਬਦਾਂ ਨੂੰ, ਉਸ ਵੇਲੇ ਵੀ ਉਹ ਹਰੀ ਦੇ ਗੁਣਾਂ ਨੂੰ ਗਾਉਣ ਦੇ ਵਿੱਚ ਲੀਨ ਹੋਇਆ ਹੁੰਦਾ ਆ। ਸਾਰੇ ਜਿੰਨੇ ਵੀ ਕਾਇਨਾਤ ਆ, ਬ੍ਰਹਿਮੰਡ ਆ, ਇਹ ਧਰਤੀ ਆ, ਜੀਵ ਆ, ਇਹ ਸਾਰੇ ਉਸਤਤ ਕਰਦੇ ਆ ਪ੍ਰਮਾਤਮਾ ਦੇ, ਉਹਨਾਂ ਦੇ ਸ਼ਬਦ ਦੇ ਵਿੱਚ ਜੁੜ ਕੇ। ਮਹਾਰਾਜ ਨੇ ਜਿਵੇਂ ਸਾਨੂੰ ਸਮਝਾਇਆ ਹੋਇਆ ਕਿ ਸੋਦਰ ਕਿਹਾ ਸੋਕਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਤੁਹਾਨੂੰ ਗਾਉਣ ਵਾਲੇ ਬਹੁਤੇ ਨੇ। ਉੱਥੇ ਸਮੁੰਦਰ ਦੇ ਵਿੱਚ ਜਿਹੜੇ ਰਤਨ ਆ, ਉਹਨਾਂ ਦਾ ਵੀ ਜ਼ਿਕਰ ਕੀਤਾ ਕਿ ਉਹ ਗਾਉਂਦੇ ਆ, ਜਤੀ ਸਤੀ ਸੰਤੋਖੀ ਤੁਹਾਨੂੰ ਗਾਉਂਦੇ ਆ। ਤੇ ਹੁਣ ਜਿਹੜੇ ਰਤਨ ਆ ਸਮੁੰਦਰ ਦੇ ਵਿੱਚ, ਉਹ ਰਤਨ ਦੇ ਮੂੰਹ ਤਾਂ ਲੱਗਾ ਨਹੀਂ ਹੁੰਦਾ ਜਿਹੜਾ ਕਿ ਉਹ ਗਾਊਗਾ, ਉਹ ਕਿਵੇਂ ਗਾਉਂਦਾ ਆ। ਹੁਣ ਸਾਨੂੰ ਮਹਾਰਾਜ ਨੇ ਜਿਵੇਂ ਗੁਰਬਾਣੀ 'ਚ ਦੱਸਿਆ ਕਿ ਜਿਹੜਾ ਪੱਥਰ ਆ, ਉਹਨਾਂ ਦੇ ਵਿੱਚ ਵੀ ਮਨ ਜਿਹੜਾ ਆ ਉਹ ਹੁੰਦਾ ਆ, ਜੂਨ ਆ। ਜਿੰਨੇ ਵੀ ਜੀਵ ਜੰਤੂ ਆ, ਜਦੋਂ ਉਹਨਾਂ ਦਾ ਮਨ ਇੱਥੇ ਤ੍ਰੈ ਗੁਣਾਂ ਤੋਂ ਉੱਪਰ ਉੱਠਿਆ ਹੁੰਦਾ, ਉਸ ਵੇਲੇ ਸਾਰੇ ਜਿਹੜੇ ਮਨ ਆ ਉਹ ਪ੍ਰਮਾਤਮਾ ਦੀ ਉਸਤਤੀ ਵਿੱਚ ਜੁੜੇ ਹੁੰਦੇ ਆ। ਹੁਣ ਜਿਵੇਂ ਮਹਾਰਾਜ ਨੇ ਕਿਹਾ ਹੈ, ਗਾਵਨ ਤੋਂ ਪਵਨ ਪਾਣੀ ਬੈਸੰਤਰ, ਕਿ ਪੌਣ ਪਾਣੀ ਵੈਸੰਤਰ, ਉਹ ਤੁਹਾਨੂੰ ਗਾਉਂਦੇ ਆ। ਹੁਣ ਪੌਣ ਪਾਣੀ ਵੈਸੰਤਰ ਉਹਨਾਂ ਕੋਲ ਮੁੱਖ ਥੋੜ੍ਹਾ ਹੈਗਾ ਸਾਡੇ ਵਰਗਾ, ਪਰ ਉਹ ਜਿਹੜਾ ਮਨ ਵਿੱਚ ਪ੍ਰਵੇਸ਼ ਆ, ਉਹ ਨਾਦ ਰਾਹੀਂ ਗਾ ਰਿਹਾ ਆ। ਸਾਰਾ ਬ੍ਰਹਿਮੰਡ, ਜਿੰਨੇ ਵੀ ਜੀਵ ਆ, ਉਹ ਨਾਦ ਰਾਹੀਂ ਪ੍ਰਮਾਤਮਾ ਨੂੰ ਗਾਉਂਦੇ ਆ, ਕਿਉਂਕਿ ਉਹ ਨਾਦ ਸਾਰਿਆਂ ਦੇ ਵਿੱਚ ਮੌਜੂਦ ਆ, ਉਸ ਦਰ 'ਤੇ ਵੱਜ ਰਿਹਾ ਆ। ਇਹਨੂੰ ਕਹਿੰਦੇ ਹਰੀ ਦੇ ਗੁਣ ਗਾਉਣਾ। ਜਦੋਂ ਅਸੀਂ ਇਹਦਾ ਧਿਆਨ ਨਾਲ ਪੜ੍ਹਦੇ ਹਾਂ, ਫਿਰ ਸਾਨੂੰ ਇਸ ਦੀ ਸੂਝੀ ਆਉਂਦੀ ਹੈ ਕਿ ਕਿਵੇਂ ਸਾਰਾ ਬ੍ਰਹਿਮੰਡ ਉਸ ਪ੍ਰਮਾਤਮਾ ਦੀ ਉਸਤਤੀ ਕਰ ਰਿਹਾ ਹੈ, ਕਿਵੇਂ ਗਾ ਰਿਹਾ ਹੈ। ਮਹਾਰਾਜ ਇੱਥੇ ਫਰਮਾਉਂਦੇ ਨੇ, ਜਲ ਆਕਾਸੀ ਸੁਨ ਸਮਾਵੈ, ਰਸ ਸਤ ਝੋਲ ਮਹਾਰਸ ਪਾਵੈ। ਕਹਿੰਦੇ ਜਿਵੇਂ ਆਕਾਸ਼ ਆ ਸਾਡੇ ਸਾਹਮਣੇ, ਖਾਲੀ ਖਲਾਸਾ ਨੂੰ ਦਿਸਦਾ, ਇਹਦੇ ਵਿੱਚ ਜਲ, ਪਾਣੀ ਜਿਹੜਾ ਆ ਸਮਾਇਆ ਹੋਇਆ ਹੈ। ਇੱਦਾਂ ਹੀ ਸਾਡਾ ਮਨ ਜਿਹੜਾ ਹੈ ਸੁੰਨ ਵਿੱਚ ਉੱਥੇ ਜਾ ਕੇ ਸਮਾ ਜਾਂਦਾ ਹੈ, ਜਦੋਂ ਉੱਪਰਲੇ ਪਾਸੇ ਗਗਨ ਵਿੱਚ ਚਲੇ ਜਾਂਦਾ ਹੈ, ਜਿਹੜਾ 10ਵਾਂ ਦੁਆਰ ਹੈ। ਫਿਰ ਮਾੜੀ ਜਿਹੀ ਵੀ ਹਲਾਵਟ ਹੋਵੇ, ਮਹਾਰਾਜ ਕਹਿੰਦੇ ਰਸ ਸਤ ਝੋਲ ਮਹਾਰਸ ਪਾਵੈ, ਕਿ ਇੱਥੋਂ ਫਿਰ ਮਨ ਨੂੰ ਸੁੰਨ ਵਿੱਚੋਂ ਉਹ ਮਹਾਰਸ, ਅੰਮ੍ਰਿਤ ਰਸ ਪ੍ਰਾਪਤ ਹੁੰਦਾ। ਐਸਾ ਗਿਆਨ ਸੁਨੋ ਅਬ ਮੋਰੇ, ਪਰਪੁਰ ਧਾਰ ਰਿਹਾ ਸਭ ਠੋਰੇ ਰਹਾਓ। ਸੱਚ ਬਰਤ ਨੇਮ ਨਾ ਕਾਲ ਸੰਤਾਵੈ, ਸਤਿਗੁਰ ਸ਼ਬਦ ਕ੍ਰੋਧ ਜਲਾਵੈ। ਗਗਨ ਨਿਵਾਸ ਸਮਾਧ ਲਗਾਵੈ, ਪਾਰਸ ਪਰਸ ਪਰਮ ਪਦ ਪਾਵੈ। ਮਹਾਰਾਜ ਸਾਨੂੰ ਸਮਝਾਉਂਦੇ ਕਿ ਇਹ ਗਿਆਨ ਜਿਹੜਾ ਆ, ਇਹਨੂੰ ਸੁਣਨਾ ਅਸੀਂ, ਤੇ
ਉਹ ਪ੍ਰਮਾਤਮਾ ਸਾਰੇ ਥਾਂ ਸਮਾਇਆ ਹੋਇਆ ਹੈ। ਅਤੇ ਜਦੋਂ ਅਸੀਂ ਸੱਚ ਅੰਤਰ ਧਾਰਨ ਕਰਦੇ ਹਾਂ, ਪਰਮਾਤਮਾ ਨਾਲ, ਉਸ ਸੱਚ ਨਾਲ ਮਿਲਦੇ ਹਾਂ, ਫਿਰ ਕਾਲ ਸਾਨੂੰ ਸੰਤਾ ਨਹੀਂ ਸਕਦਾ। ਸਤਿਗੁਰੂ ਦੇ ਸ਼ਬਦ ਦੁਆਰਾ ਜਿਹੜਾ ਕ੍ਰੋਧ ਹੈ ਜਲਾਇਆ ਜਾਂਦਾ ਹੈ। ਫਿਰ ਕਹਿੰਦੇ ਗਗਨ ਨਿਵਾਸ ਸਮਾਧ ਲਗਾਵੈ, ਪਾਰਸ ਪਰਸ ਪਰਮ ਪਦ ਪਾਵੈ, ਕਿ ਜਦੋਂ ਅਸੀਂ ਗਗਨ ਵਾਲੇ ਪਾਸੇ, ਜਿਹੜਾ ਇਹ ਉੱਪਰਲਾ ਪਾਸਾ ਆ ਜਿੱਥੇ ਆਤਮ ਤੀਰਥ ਆ, ਇੱਥੇ ਜਦੋਂ ਅਸੀਂ ਧਿਆਨ ਟਿਕਾਉਂਦੇ ਹਾਂ ਅਤੇ ਸਾਡਾ ਜਿਹੜਾ ਮਨ ਆ ਉਸ ਪਰਮ ਪਦਵੀ ਨੂੰ ਹਾਸਲ ਕਰ ਲੈਂਦਾ ਆ ਅਤੇ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਆ। ਉੱਥੇ ਪਾਰਸ ਕਲਾ ਵਰਤਦੀ ਆ ਕਿ ਸਾਡਾ ਜਿਹੜਾ ਮਨ ਆ ਉਹ ਲੋਹੇ ਦੀ ਨਿਆਈ ਆ। ਅਤੇ ਜਦੋਂ ਗੁਰਬਾਣੀ ਵਿੱਚ ਤੁਸੀਂ ਪੜ੍ਹਦੇ ਆ, ਲੋਹਾ ਵੀ ਇਹੋ ਜਿਹਾ ਸਾਡਾ ਮਨ ਬਣ ਚੁੱਕਾ ਜਿਹਨੂੰ ਜਗਾਲ ਲੱਗਿਆ ਹੋਵੇ। ਪਰ ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਸਮਝਾ ਦਿੱਤਾ ਕਿ ਜਦੋਂ ਅਸੀਂ ਸ਼ਬਦ ਨਾਲ ਜੁੜਦੇ ਹਾਂ, ਸ਼ਬਦ ਗੁਰੂ ਨਾਲ ਜੁੜਦੇ ਹਾਂ, ਸਾਡੇ ਫਿਰ ਮਨ 'ਤੇ ਪਾਰਸ ਕਲਾ ਵਰਤਦੀ ਆ। ਸਾਡਾ ਜਿਹੜਾ ਮਨ ਆ ਉਹ ਫਿਰ ਸੋਨਾ ਬਣ ਜਾਂਦਾ ਅਤੇ ਇਹ ਵੀ ਫਿਰ ਪਾਰਸ ਦਾ ਰੂਪ ਬਣ ਜਾਂਦਾ ਹੈ। ਇਹੀ ਮਨ ਗੁਰਬਾਣੀ ਦੇ ਵਿੱਚ ਸਾਨੂੰ ਖੋਲ੍ਹ ਖੋਲ੍ਹ ਕੇ ਇੱਦਾਂ ਸਮਝਾਇਆ ਹੋਇਆ। ਪੜ੍ਹਨ ਦੀ ਲੋੜ ਪੈਂਦੀ ਹੈ ਸਾਨੂੰ ਕਿ ਅਸੀਂ ਖੋਜ ਕਰੀਏ ਆਪ। ਇੱਥੇ ਫਿਰ ਗੁਰੂ ਸਾਹਿਬ ਨੇ ਸਾਨੂੰ ਜਿਹੜੇ ਸਪਤ ਸਰਿੰਗ ਦੱਸੇ ਹੋਏ, ਸਪਤ ਸਰਿੰਗ ਤੇ ਨਾਮ ਕਹਾਵਾ, ਪੰਡ ਰਾਜ ਜੈ ਜੋਗ ਕਮਾਵਾ, ਮਹਾਰਾਜ ਨੇ ਸਾਨੂੰ ਦੱਸ ਦਿੱਤਾ ਕਿ ਇਹ 7 ਸਰਿੰਗ ਕਿਹੜੇ ਆ, ਸਾਡੇ ਹੁਣ ਅੰਤਰਗਤ ਕਿਹੜੇ ਅਸੀਂ ਫਿਰ ਖੋਜ ਕਰਨੀ ਆ। ਇਹ ਨਿਸ਼ਾਨੀਆਂ ਦੱਸੀਆਂ ਹੁੰਦੀਆਂ ਮਹਾਰਾਜ ਨੇ। ਅਸੀਂ ਸਮਝਦੇ ਹੁੰਦੇ ਕਿ ਮਹਾਰਾਜ ਨੇ ਬਾਹਰ ਦੀ ਗੱਲ ਕੀਤੀ ਹੋਈ ਹੈ, ਪਰ ਅਸਲ ਵਿੱਚ ਮਹਾਰਾਜ ਨੇ ਅੰਦਰਲਾ ਭੇਦ ਦਿੱਤਾ ਹੁੰਦਾ। ਹੁਣ ਸਪਤ ਸਰਿੰਗ ਹੈਗੇ ਆ ਸਾਡੇ ਇਹ 2 ਨੇਤਰ, 2 ਕੰਨ, ਸਾਡੇ ਜਿਹੜੇ ਆ ਖੱਬੇ ਅਤੇ ਸੱਜੇ ਨਾਸਕਾਂ, ਨੇਜ਼ਲ ਵਾਲੇ ਚੈਨਲ ਹੈ ਸਾਡੇ, ਅਤੇ ਸਾਡਾ ਜਿਹੜਾ ਮੂੰਹ, ਇਹ ਬਣਦਾ 7। ਇਹ ਇੱਥੇ ਹੈ ਉੱਪਰ 10ਮ ਦੁਆਰ। ਇਸ 'ਤੇ ਚੜ੍ਹ ਕੇ ਅਸੀਂ ਆਪਣੀ ਸੁਰਤੀ ਨੂੰ ਪ੍ਰਮਾਤਮਾ ਦੇ ਵਿੱਚ ਲੀਨ ਕਰਨਾ ਹੈ। ਅਤੇ ਮਹਾਰਾਜ ਨੇ ਫਿਰ ਇਹੀ ਸਾਨੂੰ ਸਮਝਾਇਆ, ਕਹਿੰਦੇ ਤੈ ਹਮ ਅਦਕ ਤਪੱਸਿਆ ਸਾਧੇ। ਹੁਣ ਇੱਥੇ ਪਹਿਲਾਂ ਰਾਜਾ ਪਾਂਡੂ ਦੇ ਵੀ ਜ਼ਿਕਰ ਕੀਤਾ ਕਿ ਪੰਡ ਰਾਜ ਜੈ ਜੋਗ ਕਮਾਵਾ। ਉਹਨਾਂ ਨੇ ਵੀ ਇੱਦਾਂ ਹੀ 10ਮ ਦੁਆਰ ਵਿੱਚ ਜਾ ਕੇ ਪ੍ਰਮਾਤਮਾ ਨਾਲ ਇੱਕ ਮਿਕਤਾ ਹਾਸਲ ਕੀਤੀ। ਤੈ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ। ਮਹਾਰਾਜ ਕਹਿੰਦੇ ਕਿ ਇੱਥੇ ਜਾ ਕੇ ਅਸੀਂ ਤਪ ਕੀਤਾ, ਭਗਤੀ ਕੀਤੀ, ਸਾਧਨਾ ਸਾਧੀ, ਅਤੇ ਕਹਿੰਦੇ ਮਹਾਕਾਲ ਕਾਲ ਕਾ ਆਰਾਧੀ। ਹੁਣ ਕਈ ਵਾਰੀ ਜਿਹੜੇ ਵਿਦਵਾਨ ਆ ਜਿਨ੍ਹਾਂ ਨੂੰ ਨਹੀਂ ਅਰਥ ਆਉਂਦਾ, ਉਹ ਕੀ ਕਰਦੇ ਆ ਕਿ ਇੱਥੇ ਸਮਝ ਲੈਂਦੇ ਕਿ ਕਿਸੇ ਦੇਵੀ ਦੇਵਤੇ ਦੇ ਜ਼ਿਕਰ ਕੀਤਾ, ਪਰ ਨਹੀਂ। ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਕਾਲ ਨੂੰ ਵਿਨਾਸ਼ ਕਰਨ ਵਾਲਾ ਹੈ ਮਹਾਕਾਲ ਪਰਮਾਤਮਾ ਆਪ, ਜਿਸ ਨੂੰ ਅਕਾਲ ਪੁਰਖ ਕਿਹਾ ਹੋਇਆ। ਕਾਲ ਨੂੰ ਵਿਨਾਸ਼ ਕਰਨ ਵਾਲਾ ਹੈ ਮਹਾਕਾਲ ਪਰਮਾਤਮਾ। ਉਸ ਮਹਾਕਾਲ ਜੋ ਕਾਲ ਦਾ ਕਾਲ ਆ, ਉਸ ਨੂੰ ਆਰਾਧਿਆ। ਕਾਲ ਨੂੰ ਖਤਮ ਕਰਨ ਵਾਲਾ ਮਹਾਕਾਲ, ਮਹਾਕਾਲ ਕਾਲ ਕਾ ਆਰਾਧੀ, ਉਹ ਹੈ ਅਕਾਲ ਪੁਰਖ। ਅਕਾਲ ਪੁਰਖ ਦੀ ਆਰਾਧਨਾ ਕੀਤੀ। ਕਹਿੰਦੇ ਕਿ ਕਿਸ ਤਰੀਕੇ ਦੇ ਨਾਲ, ਕਹਿੰਦੇ ਕਿ ਇਹ ਬਿਦ ਕਰਤ ਤਪੱਸਿਆ ਪਿਓ, ਦਵੈ ਤੇ ਏਕ ਰੂਪ ਹੋਇਆ ਗਿਓ। ਕਹਿੰਦੇ ਤਪੱਸਿਆ ਇਸ ਤਰੀਕੇ ਨਾਲ ਕੀਤੀ ਕਿ ਅਸੀਂ 2 ਤੋਂ 1 ਰੂਪ ਹੋ ਗਏ, ਕੋਈ ਫਰਕ ਨਾ ਰਿਹਾ। ਹੁਣ ਜਿੱਥੇ ਜਾ ਕੇ ਅਸੀਂ ਪ੍ਰਮਾਤਮਾ ਨਾਲ ਮਿਲਾਪ ਕਰ ਲੈਂਦੇ ਹਾਂ, ਜਿਵੇਂ ਹੁਣ ਅਸੀਂ ਅਭਿਆਸ ਕਰ ਰਹੇ ਹਾਂ, ਸਾਰੇ ਕੋਸ਼ਿਸ਼ ਇਹ ਕਰਦੇ ਹਾਂ ਕਿ ਪ੍ਰਮਾਤਮਾ ਨਾਲ ਮਿਲਾਪ ਕਰੀਏ, ਸ਼ਬਦ ਵਿੱਚ ਸਮਾਈਏ, ਅਤੇ ਜਿਵੇਂ ਅਸੀਂ ਪ੍ਰਮਾਤਮਾ ਦੇ ਵਿੱਚ ਲੀਨ ਹੋਵਾਂਗੇ, ਸਾਡੇ ਵਿੱਚ ਅਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਰਹਿਣਾ। ਹੁਣ ਇੱਥੇ ਮਹਾਰਾਜ ਨੇ ਫਿਰ ਸਾਨੂੰ ਇਹ ਤੋਂ ਬਾਅਦ ਬਚਿੱਤਰ ਨਾਟਕ ਦੇ ਵਿੱਚ ਦੱਸਿਆ ਕਿ ਪ੍ਰਮਾਤਮਾ ਦੇ ਕਿਵੇਂ ਬਚਨ ਹੁੰਦੇ ਆ, ਅਤੇ ਫਿਰ ਪ੍ਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਰੂਪ ਦੇ ਵਿੱਚ, ਜੋ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਨਾਮ ਪਾਇਆ ਗਿਆ ਸੀ ਦੁਸ਼ਟ ਦਮਨ, ਕਿ ਉਹ ਦੁਸ਼ਟਾਂ ਨੂੰ ਨਾਸ ਕਰ ਦਿੰਦੇ ਆ। ਉਹ ਪਹਿਲਾਂ ਵੀ ਸੂਰਮੇ ਸਨ, ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਾਡੇ 10ਵੇਂ ਸਤਿਗੁਰੂ ਆਏ ਦਾ ਸੰਸਾਰ ਵਿੱਚ, ਉਦੋਂ ਵੀ ਉਹਨਾਂ ਨੇ ਦੁਸ਼ਟਾਂ ਦਾ ਨਾਸ ਕੀਤਾ। ਸੰਸਾਰ ਵਿੱਚ ਤੁਸੀਂ ਦੇਖ ਸਕਦੇ ਕਿ ਭੰਗਾਣੀ ਦਾ ਯੁੱਧ ਹੋਇਆ, ਵੱਖ ਵੱਖ ਯੁੱਧਾਂ ਦੇ ਵਿੱਚ ਮਹਾਰਾਜ ਨੇ ਦੁਸ਼ਟਾਂ ਦਾ ਨਾਸ ਕੀਤਾ।
ਪ੍ਰਮਾਤਮਾ ਨੇ ਬਚਨ ਕੀਤੇ। ਉੱਥੇ ਫਿਰ ਕਹਿ ਦਿੱਤਾ ਅਕਾਲ ਪੁਰਖ ਬਾਚ ਚੌਪੇ, ਮੈਂ ਆਪਣਾ ਸੁਤ ਤੋਹਿ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ, ਜਾਹੇ ਤਾਹਾਂ ਤੈ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਕਿ ਮੈਂ ਆਪਣਾ ਸੁਤ ਤੋਹਿ ਨਿਵਾਜਾ, ਪ੍ਰਮਾਤਮਾ ਨੇ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਨੂੰ ਆਪਣਾ ਪੁੱਤਰ ਹੋਣ ਦੇ ਨਾਤੇ ਸੰਸਾਰ ਵਿੱਚ ਭੇਜਦੇ ਹਾਂ ਕਿ ਤੁਸੀਂ ਜਾਓ ਸੰਸਾਰ ਵਿੱਚ। ਗੁਰੂ ਸਾਹਿਬ ਦਾ ਜੀ ਨਹੀਂ ਕਰਦਾ ਸੀਗਾ ਆਉਣ ਨੂੰ ਇੱਥੇ। ਸੁਰਤੀ ਉਹਨਾਂ ਦੀ ਐਨ ਪੂਰੀ ਤਰ੍ਹਾਂ ਲੀਨ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ, ਅਤੇ ਸਤਿਗੁਰੂ ਦੀ ਹਮੇਸ਼ਾ ਹੀ ਲੀਨ ਹੁੰਦੀ ਹੈ ਸੁਰਤੀ ਪ੍ਰਮਾਤਮਾ ਦੇ ਵਿੱਚ। ਇੱਥੇ ਮਹਾਰਾਜ ਉਸ ਆਨੰਦ ਵਾਲੀ ਅਵਸਥਾ ਦੇ ਵਿੱਚੋਂ ਬਿਲਕੁਲ ਹਿੱਲਣ ਨੂੰ ਜੀ ਨਹੀਂ ਕਰਦਾ ਸੀ ਉਹਨਾਂ ਦਾ। ਪਰ ਮਹਾਰਾਜ ਨੇ ਜਦੋਂ ਕਿਹਾ ਕਿ ਤੁਹਾਨੂੰ ਅਸੀਂ ਆਪਣਾ ਪੁੱਤਰ ਬਣਾ ਕੇ ਭੇਜਦੇ ਹਾਂ ਸੰਸਾਰ ਵਿੱਚ, ਮਹਾਰਾਜ ਨੇ ਫਿਰ ਸਵੀਕਾਰ ਕੀਤਾ ਅਤੇ ਉਹ ਆਏ ਸੰਸਾਰ ਵਿੱਚ। ਇੱਥੇ ਸੰਸਾਰ ਵਿੱਚ ਰਹਿ ਕੇ ਮਹਾਰਾਜ ਨੇ ਸਾਡੇ ਜੀਵਾਂ 'ਤੇ ਕਿਰਪਾ ਕੀਤੀ, ਸਾਨੂੰ ਇਹੀ ਅਕਾਤ ਦਾ ਭੇਦ ਦਿੱਤਾ ਜੋ ਗੁਰੂ ਸਾਹਿਬਾਨਾਂ ਨੇ ਪਹਿਲਾਂ ਵੀ ਦਿੱਤਾ। ਮਹਾਰਾਜ ਨੇ ਜੋ ਸਿੱਖਿਆ ਦਿੱਤੀ ਸਾਨੂੰ, ਮਹਾਰਾਜ ਨੇ ਫਿਰ ਸਮਝਾ ਦਿੱਤਾ ਸਾਰੇ ਜਨਾਂ ਨੂੰ, ਸਾਰੇ ਸਾਧੂ ਜਨਾਂ ਨੂੰ ਕਿ ਤੁਸੀਂ ਜੇ ਇਸ ਰਾਹ 'ਤੇ ਚੱਲੋਗੇ ਅਤੇ ਤੁਹਾਨੂੰ ਜਿਹੜਾ ਪਾਪ ਹੈ ਉਹ ਕਦੇ ਸਤਾ ਨਹੀਂ ਸਕਦਾ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਜਿਹੜਾ ਇਹ ਰਾਹ ਆ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਭਗਤਾਂ ਤੋਂ ਚੱਲਦਾ ਆ ਰਿਹਾ ਹੈ। ਮਹਾਰਾਜ ਨੇ ਦੱਸਿਆ ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ, ਜੋ ਤਾਂਕੇ ਮਾਰਗ ਮਹਿ ਆਏ, ਤੇ ਕਬਹੂ ਨਹੀਂ ਪਾਪ ਸੰਤਾਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਰਾਹ ਚਲਾਇਆ ਉਹੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਚਾਰ ਕੀਤਾ ਅਤੇ ਸਾਰਿਆਂ ਨੂੰ ਸਮਝਾ ਦਿੱਤਾ ਕਿ ਇਸ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਧਰਮ ਚਲਾਇਆ। ਧਰਮ ਜਿਹੜਾ ਆ ਸੱਚ ਨੂੰ ਦ੍ਰਿੜ ਕਰਨਾ, ਨਾਮ ਨੂੰ ਦ੍ਰਿੜ ਕਰਨਾ, ਇਹ ਸਾਰੇ ਸਾਧੂਆਂ ਨੂੰ ਰਾਹ ਬਖਸ਼ ਦਿੱਤਾ ਕਲਯੁਗ ਦੇ ਵਿੱਚ ਕਿ ਕਿਵੇਂ ਤੁਸੀਂ ਪ੍ਰਮਾਤਮਾ ਨਾਲ ਮਿਲਾਪ ਕਰ ਸਕਦੇ। ਜਿਹੜਾ ਇਸ ਮਾਰਗ 'ਤੇ ਚੱਲੂਗਾ ਉਹਨੂੰ ਪਾਪ ਕਦੇ ਨਹੀਂ ਸੰਤਾ ਸਕਦਾ। ਹੁਣ ਇੱਥੇ ਇੱਕ ਸਵਾਲ ਉੱਠ ਸਕਦਾ ਕਿ ਜਦੋਂ ਭਗਤ ਪ੍ਰਮਾਤਮਾ ਇੱਕਮਿਕ ਹੋ ਜਾਂਦੇ ਆ, ਫਿਰ ਇਹ ਕਿਵੇਂ ਹੁੰਦਾ ਕਿ ਜਿਹੜੇ ਬਚਨ ਕੀਤੇ ਜਾਂਦੇ ਆ ਇੱਕ ਦੂਸਰੇ ਨਾਲ, ਇਹ ਇੱਕ ਖੇਡ ਆ। ਹੁਣ ਜਦੋਂ ਪ੍ਰਕਾਸ਼ ਮਹਿਲ ਦੇ ਵਿੱਚ ਜੀਵ ਲੀਨ ਹੋ ਜਾਂਦਾ ਪ੍ਰਮਾਤਮਾ ਦੇ ਵਿੱਚ, ਉਹਨਾਂ ਦੇ ਵਿੱਚ ਫਰਕ ਨਹੀਂ ਹੈਗਾ, ਪਰ ਮਹਾਰਾਜ ਇੱਕ ਖੇਡ ਰਚਦੇ ਆ ਜਿਸ ਦੁਆਰਾ ਜੇ ਕਿਸੇ ਨੂੰ ਸੰਸਾਰ ਵਿੱਚ ਭੇਜਣਾ ਹੋਵੇ ਫਿਰ ਉਹਨਾਂ ਨੂੰ ਆਪ ਹੀ ਕਹਿੰਦੇ ਆ ਕਿ ਕੌਣ ਜਾਣਾ ਚਾਹੁੰਦਾ ਹੈ ਸੰਸਾਰ ਵਿੱਚ, ਪੁੱਛ ਲੈਂਦੇ ਆ, ਜਾਂ ਉਹ ਕਹਿ ਸਕਦੇ ਆ ਕਿ ਤੁਸੀਂ ਜਾਓ ਸੰਸਾਰ ਵਿੱਚ। ਫਿਰ ਭਗਤ ਦੀ ਮਰਜ਼ੀ ਹੁੰਦੀ ਆ ਜੇ ਉਹ ਉੱਥੋਂ ਉੱਠਣਾ ਚਾਹੁੰਦੇ ਆ ਜਾਂ ਨਹੀਂ। ਅਤੇ ਇਹ ਇੱਕ ਖੇਡ ਆ, ਅਸਲ ਵਿੱਚ ਉਹਨਾਂ 'ਚ ਕੋਈ ਫਰਕ ਤਾਂ ਹੁੰਦਾ ਨਹੀਂ। ਜਦੋਂ ਇੱਥੇ ਬਚਿੱਤਰ ਨਾਟਕ ਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਕਿ ਇੱਦਾਂ ਬਚਨ ਹੁੰਦੇ ਆ, ਫਿਰ ਗਾਂਹ ਜਾ ਕੇ ਵੀ ਮਹਾਰਾਜ ਨੇ ਦੱਸਿਆ ਹੋਇਆ ਕਿ ਇਵੇਂ ਆਤਮਾ ਅਤੇ ਪ੍ਰਮਾਤਮਾ ਦੇ ਬਚਨ ਹੁੰਦੇ ਆ। ਗਿਆਨ ਪ੍ਰਬੋਧ ਵਿੱਚ ਵੀ ਦੱਸਿਆ ਹੋਇਆ। ਜੇਕਰ ਅਸੀਂ ਅਕਾਲ ਉਸਤਤ ਪੜ੍ਹਦੇ ਹਾਂ ਉੱਥੇ ਵੀ ਮਹਾਰਾਜ ਨੇ ਦੱਸਿਆ ਹੋਇਆ ਕਿ ਆਤਮਾ ਅਤੇ ਪ੍ਰਮਾਤਮਾ ਦੇ ਬਚਨ। ਹੁਣ ਇੱਥੇ ਇੱਕ ਹੋਰ ਸਵਾਲ ਉੱਠ ਸਕਦਾ ਕਿ ਆਤਮਾ ਪ੍ਰਮਾਤਮਾ ਨਾਲ ਬਚਨ ਕਰਦੀ ਹੈ ਕਿ ਮਨ ਪ੍ਰਮਾਤਮਾ ਨਾਲ ਬਚਨ ਕਰਦਾ। ਇਹ ਮੈਂ ਪਿਤਾ ਜੀ ਨੂੰ ਵੀ ਸਵਾਲ ਪੁੱਛਿਆ ਸੀ। ਪਿਤਾ ਜੀ ਦੇ ਜਿਹੜੇ ਪਹਿਲਾਂ ਕਥਾਵਾਂ ਆਉਂਦੀਆਂ ਹੁੰਦੀਆਂ ਸੀ ਉਹਦੇ ਵਿੱਚ ਪਿਤਾ ਜੀ ਦੱਸਦੇ ਹੁੰਦੇ ਸੀ ਆਤਮਾ ਨੂੰ ਕਿਵੇਂ ਸਮਝਾਈ ਖੇਡ, ਕਿਵੇਂ ਆਤਮਾ ਨੂੰ ਟ੍ਰੇਨਿੰਗ ਦਿੱਤੀ ਗਈ। ਅਤੇ ਜਦੋਂ ਬਾਅਦ ਵਿੱਚ ਪਿਤਾ ਜੀ ਕਥਾ ਕਰਦੇ ਹੁੰਦੇ ਸੀ ਉਦੋਂ ਆਉਂਦਾ ਹੁੰਦਾ ਸੀ ਕਿ ਮਨ ਨੂੰ ਕਿਵੇਂ ਟ੍ਰੇਨਿੰਗ ਦਿੱਤੀ ਗਈ। ਸੋ ਇਹ ਮੈਂ ਸਵਾਲ ਪੁੱਛਿਆ ਸੀ ਪਿਤਾ ਜੀ ਨੂੰ ਖਾਸ ਕਰਕੇ ਕਿ ਉੱਥੇ ਤੁਸੀਂ ਆਤਮਾ ਕਹਿੰਦੇ ਹੁੰਦੇ ਸੀ, ਇੱਥੇ ਹੁਣ ਅੱਜ ਕੱਲ੍ਹ ਤੁਸੀਂ ਮਨ ਕਹਿੰਦੇ ਆ। ਅਤੇ ਜਿਹੜੇ ਬਹੁਤ ਪੁਰਾਣੇ ਸੰਗੀ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਵੀ ਹੋਗਾ ਜਿਨ੍ਹਾਂ ਨੇ ਟੇਪਾਂ ਪਹਿਲਾਂ ਸੁਣੀਆਂ ਸੀਗੀਆਂ। ਫਿਰ ਪਿਤਾ ਜੀ ਨੇ ਮੈਨੂੰ ਦੱਸਿਆ ਸੀਗਾ, ਕਹਿੰਦੇ ਕਿ ਆਤਮਾ ਅਤੇ ਮਨ ਇਹ ਇੱਕੋ ਹੀ ਗੱਲ ਹੋ ਜਾਂਦੀ ਹੈ ਜਦੋਂ ਸਾਡਾ ਮਨ ਇਸ ਤ੍ਰੈਗੁਣਾ ਤੋਂ ਉੱਪਰ ਉੱਠਦਾ ਆ। ਉਸ ਵੇਲੇ ਜਦੋਂ ਮਨ ਤ੍ਰੈਗੁਣਾ ਤੋਂ ਉੱਪਰ ਉੱਠਦਾ ਆ ਤਾਂ ਉਸ ਵੇਲੇ ਆਤਮਿਕ ਸਰੂਪ ਹੀ ਹੁੰਦਾ ਹੈ। ਇਸ ਨੂੰ ਭਾਵੇਂ ਤੁਸੀਂ ਉਸ ਵੇਲੇ ਆਤਮਾ ਕਹਿ ਲਓ ਜਾਂ ਮਨ ਕਹਿ ਲਓ, ਗੱਲ ਇੱਕ ਹੀ ਹੁੰਦੀ ਹੈ। ਮਨ ਹੈ ਹੀ ਹਮੇਸ਼ਾ ਪ੍ਰਕਾਸ਼ ਰੂਪ। ਜਦੋਂ ਇਹ ਮਨ ਤ੍ਰੈਗੁਣਾ ਦੇ ਵਿੱਚ ਆਉਂਦਾ ਹੈ ਸਮਝੋ ਕਿ ਇਹਦੇ ਉੱਤੇ ਤ੍ਰੈਗੁਣਾ ਦਾ ਕੱਪੜਾ ਦਿੱਤਾ ਗਿਆ। ਜਦੋਂ ਅਸੀਂ ਤ੍ਰੈਗੁਣਾ ਤੋਂ ਉੱਪਰ ਉੱਠਦੇ ਹਾਂ, ਸਤੋਗੁਣ ਰਾਹੀਂ ਚੌਥੇ ਪਦ ਵਿੱਚ ਨਿਵਾਸ ਕਰ ਲੈਂਦੇ ਹਾਂ, ਅਤੇ ਫਿਰ ਇਹ ਜਿਹੜਾ ਕੱਪੜਾ ਉਤਰ ਜਾਂਦਾ, ਮਨ ਆਪਣੇ ਅਸਲੀ ਰੂਪ ਵਿੱਚ ਆ ਜਾਂਦਾ ਜੋ ਆਤਮਿਕ ਸਰੂਪ ਹੀ ਹੈ।
ਅਕਾਲ ਉਸਤਤ ਦੀ ਬਾਣੀ ਦੇ ਵਿੱਚ ਵੀ ਮਹਾਰਾਜ ਨੇ ਕਿਹਾ ਹੋਇਆ ਕਿ ਏਕ ਸਮੈ ਸ੍ਰੀ ਆਤਮਾ ਉਚਰਿਓ ਮਤ ਸਿਓ ਬੈਨ, ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਬਿਦ ਤੈਨ। दोहरा को आत्मा स्वरूप है कहाँ सृष्ट को विचार, कौन धर्म को कर्म है कहो सकल विस्तार। फिर उत्थे बचन चलते हैं ते बचन चलते हैं मन ते आत्मा, आत्मक इन्हों बचन कहा होया है। तो फिर सवाल होंगे कि नरक की है, स्वर्ग की है, धर्म की है, कर्म की है। फिर जाके गांव महाराज दसते कि असल विच है ही परमात्मा है सारा कुछ, तू ही तू ही तू ही तू ही। फिर जे असी ज्ञान प्रबोध पढ़ते हैं उथे भी बचन होंदे आ आत्मा परमात्मा दे। ते इत्थे महाराज कहंदे आ ये कौन आहे आत्मा स्वरूप, जय अमित तेज अतभुत बेभूत। कि ये जिहड़ी आत्मा आ इहदी नेचर किहो जिही आ, इहदा सुभाਅ किवें दा आ, यह है किवें दा आ। फिर उत्थे महाराज कहंदे परमात्मा बाच, यह ब्रह्म आहे आत्मा राम, जह अमित तेज अभिगत अकाम, जह भेद परम नहीं कर्म काल, जह सतर मित्र सरबा दयाल। कहते कि यह आत्मा आप ही ब्रह्म का स्वरूप आ, ਇਹਦੇ ਵਿੱਚ ਰਾਮ ਦੇ ਵਿੱਚ ਕੋਈ ਫਰਕ ਨਹੀਂ, ਇਹ ਕਦੇ ਮਿਟਦਾ ਨਹੀਂ, ਅਮਿਤ ਆ, ਇਹ ਕਾਮਨਾ ਤੋਂ ਰਹਿਤ ਆ, ਅਕਾਮ ਆ, ਅਭਿਗਤ ਆ, ਅਭਿਗਤ ਆ, ਅਕਾਮ ਆ। ਤੇ ਫਿਰ ਮਹਾਰਾਜ ਦੱਸਦੇ ਨੇ ਕਿ ਇਹਨੂੰ ਭੇਦ ਭਰਮ ਨਹੀਂ ਹੁੰਦਾ, ਇਹ ਕਰਮ ਤੋਂ ਕਾਲ ਤੋਂ ਰਹਿਤ ਹੁੰਦਾ ਆ। ਫਿਰ ਕਹਿੰਦੇ ਕਿ ਜੈ ਸਤਰ ਮਿੱਤਰ ਸਰਬਾ ਦਿਆਲ, ਕਿ ਇਹ ਸ਼ਤਰੂ ਕੋਈ ਭਾਵੇਂ ਆਉਂਦਾ ਹੋਵੇ ਜਾਂ ਮਿੱਤਰ, ਇਹ ਸਾਰਿਆਂ 'ਤੇ ਦਿਆਲੂ ਆ। ਇੱਥੇ ਵੀ ਸਾਨੂੰ ਫਿਰ ਭੇਦ ਮਿਲਦਾ ਆ ਕਿ ਇੱਦਾਂ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਕਿ ਆਤਮਾ ਅਤੇ ਪ੍ਰਮਾਤਮਾ ਦੇ ਬਚਨ ਹੁੰਦੇ ਆ। ਫਿਰ ਜਦੋਂ ਅਸੀਂ ਗੁਰਬਾਣੀ ਰਾਹੀਂ ਇੱਦਾਂ ਵਿਚਾਰ ਕਰਦੇ ਹਾਂ, ਸਾਨੂੰ ਇਹ ਭੇਦ ਮਿਲਦਾ ਆ ਕਿ ਗਗਨ ਵਾਲੇ ਪਾਸੇ ਜਾ ਕੇ ਇੱਦਾਂ ਅਸੀਂ ਪ੍ਰਮਾਤਮਾ ਨਾਲ ਗੋਸ਼ਟੀ ਕਰ ਸਕਦੇ ਹਾਂ। ਅਸੀਂ ਵੀ ਇਸ ਦਸਮ ਦੁਆਰ 'ਤੇ ਉੱਤੇ ਜਾਣਾ ਆ, ਇਸ ਪਹਾੜ 'ਤੇ ਚੜ੍ਹਨਾ ਆ, ਜਿੱਥੇ ਆਤਮ ਤੀਰਥ 'ਤੇ ਅਸੀਂ ਜਾ ਕੇ ਨਿਵਾਸ ਕਰਦੇ ਹਾਂ, ਗਗਨ ਵਿੱਚ ਰਹਿੰਦੇ ਹਾਂ। ਤਾਂ ਉੱਥੇ ਜਾ ਕੇ ਸਾਡਾ ਮਨ ਜਿਹੜਾ ਆ ਠਹਿਰਾਓ ਕਰੇ, ਅਤੇ ਉੱਥੇ ਸਾਨੂੰ ਅੰਮ੍ਰਿਤ ਰਸ ਮਿਲਦਾ ਆ, ਹਰ ਰਸ ਮਿਲਦਾ ਆ, ਅਤੇ ਸਾਡੇ ਵੀ ਬਚਨ ਪ੍ਰਮਾਤਮਾ ਨਾਲ ਹੋ ਸਕਦੇ ਆ ਉੱਥੇ ਜਾ ਕੇ। ਅਤੇ ਫਿਰ ਗੁਰੂ ਸਾਹਿਬ ਨੇ ਸਾਨੂੰ ਜਿੱਦਾਂ ਗੁਰਬਾਣੀ ਵਿੱਚ ਸਮਝਾਇਆ ਹੋਇਆ ਹੈ, ਉਹਨੂੰ ਕਹਿ ਦਿੱਤਾ ਸੁਨ ਸਮਾਧ। ਮਹਾਰਾਜ ਕਹਿੰਦੇ ਸੁਨ ਸਮਾਧ ਗੁਫਾ ਤੇ ਆਸਨ, ਕੇਵਲ ਬ੍ਰਹਮ ਪੂਰਨ ਤੈ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨ ਸੋਗ ਨ ਜਨਮ ਨ ਮਰਤ। ਕਹਿੰਦੇ ਕਿ ਉੱਥੇ ਹਰਖ ਸੋਗ ਨਹੀਂ ਰਹਿੰਦਾ, ਜਿਹੜੀ ਦੁਨਿਆਵੀ ਖੁਸ਼ੀ ਅਤੇ ਗਮੀ ਇਹ ਨਹੀਂ ਰਹਿੰਦੀ। ਤੈ ਹਰਖ ਨ ਸੋਗ ਨ ਜਨਮ ਨ ਮਰਤ, ਨਾ ਜਨਮ ਮਰਨ ਉੱਥੇ ਰਹਿੰਦਾ ਹੈ। ਉੱਥੇ ਪ੍ਰਮਾਤਮਾ ਨਾਲ ਗੋਸ਼ਟੀ ਹੁੰਦੀ ਹੈ, ਗੋਸ਼ਟੀ ਹੁੰਦੀ ਹੈ ਮਤਲਬ ਕਿ ਬਚਨ ਹੁੰਦੇ ਆ। ਫਿਰ ਇਹਨੂੰ ਕਹਿ ਦਿੱਤਾ ਸੁਨ ਸਮਾਧ। ਜਦੋਂ ਅਸੀਂ ਫਿਰ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਭਗਤ ਨਾਮਦੇਵ ਜੀ ਇੱਕ ਜਗ੍ਹਾ ਉਹ ਉਸਤਤ ਕਰ ਰਿਹਾ ਪ੍ਰਮਾਤਮਾ ਦੇ, ਭਿੰਦੀ ਉਬਕਲੇ ਸੰਸਾਰਾ, ਭਰਮ ਭਰਮ ਆਏ ਤੁਮਚੇ ਦੁਆਰਾ। ਫਿਰ ਅਗਲੇ ਜਿਹੜੇ ਬਚਨ ਆਉਂਦੇ ਆ ਉੱਥੇ ਫੁੱਲ ਸਟਾਪ ਲੱਗੇ ਹੋਏ ਆ ਗੁਰਬਾਣੀ ਵਿੱਚ ਕਿ ਪ੍ਰਮਾਤਮਾ ਦੇ ਦਰ 'ਤੇ ਆਏ, ਭਰਮ ਭਰਮ ਆਏ ਤੁਮਚੇ ਦੁਆਰਾ, ਤੂੰ ਕੁਨ ਰੇ, ਮੁਰਿਓਂ ਆਵਾਜ਼ ਆਉਂਦੀ ਆ, ਫੁੱਲ ਸਟਾਪ ਲੱਗਾ। ਮੈਂ ਜੀ, ਭਗਤ ਨਾਮਦੇਵ ਜੀ ਫਿਰ ਕਹਿੰਦੇ ਮੈਂ ਜੀ ਮੈਂ ਹਾਂ, ਉੱਥੇ ਫੁੱਲ ਸਟਾਪ ਇੱਕ ਲੱਗਾ। ਇਹਨਾਂ ਨੇ ਸੈਪਰੇਟ ਕੀਤਾ ਹੋਇਆ ਹੈ ਕਿ ਕਿੱਥੇ ਪ੍ਰਮਾਤਮਾ ਬੋਲੇ, ਕਿੱਥੇ ਭਗਤ ਜੀ ਬੋਲੇ, ਉੱਥੇ ਫੁੱਲ ਸਟਾਪ ਲਾਇਆ ਹੋਇਆ। ਤੂੰ ਕੌਣ ਰੇ, ਪ੍ਰਮਾਤਮਾ ਬੋਲੇ, ਮੈਂ ਜੀ ਭਗਤ ਨਾਮਦੇਵ ਜੀ ਕਹਿ ਮੈਂ ਆਇਆ ਹੋਇਆ ਜੀ। ਨਾਮਾ, ਪ੍ਰਮਾਤਮਾ ਨੇ ਕਿਹਾ ਨਾਮਾ। ਫਿਰ ਭਗਤ ਨਾਮਦੇਵ ਜੀ ਕਹਿੰਦੇ ਹੋਂ ਜੀ। ਹਰੇਕ ਜਗ੍ਹਾ ਫੁੱਲ ਸਟਾਪ ਲਾਈ ਹੋਈ ਆ। ਫਿਰ ਭਗਤ ਨਾਮਦੇਵ ਜੀ ਨੇ ਪ੍ਰਮਾਤਮਾ ਅੱਗੇ ਬੇਨਤੀ ਕੀਤੀ, ਆਲਾ ਤੇ ਨਿਵਾਰਨਾ ਜਮ ਕਾਰਨ, ਕਿ ਇਹ ਜਿਹੜੀ ਮਾਇਆ ਆ ਨਾ, ਇਹ ਜਮ ਜਿਹੜੇ ਆ, ਇਹਨਾਂ ਤੋਂ ਮੈਨੂੰ ਨਿਵਾਰੋ, ਇਹਨਾਂ ਤੋਂ ਮੈਨੂੰ ਬਚਾਓ। ਸੋ
ਇੱਥੋਂ ਸਾਨੂੰ ਭੇਦ ਮਿਲਦਾ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਦੱਸਿਆ ਦਸਮ ਗ੍ਰੰਥ ਵਿੱਚ ਕਿ ਕਿਵੇਂ ਪ੍ਰਮਾਤਮਾ ਦੇ ਨਾਲ ਬਚਨ ਹੁੰਦੇ ਆ ਆਤਮਾ ਦੇ, ਜਾਂ ਮਨ ਆਤਮਿਕ ਬਚਨ ਕਰਦਾ ਆ, ਤੇ ਕਿਵੇਂ ਭਗਤ ਜਨ ਨਾਲ ਗੋਸ਼ਟੀ ਕਰਦੇ ਆ ਪ੍ਰਮਾਤਮਾ, ਬਚਿੱਤਰ ਨਾਟਕ 'ਚ ਵੀ ਦੱਸਿਆ ਹੋਇਆ। ਤੇ ਇਵੇਂ ਹੀ ਅਸੀਂ ਵੀ ਜਦੋਂ ਭਗਤੀ ਕਰਦੇ ਹਾਂ ਸਾਨੂੰ ਵੀ ਪ੍ਰਮਾਤਮਾ ਕਿਸੇ ਵੀ ਸਮੇਂ ਬੁਲਾ ਸਕਦੇ ਆ। ਕਿਸੇ ਵੀ ਸਟੇਜ 'ਤੇ ਪ੍ਰਮਾਤਮਾ ਤੁਹਾਡਾ ਨਾਮ ਉਚਾਰਨ ਕਰਕੇ ਤੁਹਾਨੂੰ ਬੁਲਾ ਸਕਦੇ ਆ। ਅਸੀਂ ਉਹਦਾ ਨਾਮ ਉਚਾਰਨ ਕਰਦੇ ਉਹ ਸਾਨੂੰ ਵੀ ਬੁਲਾ ਸਕਦੇ ਆ। ਅਸਲ ਵਿੱਚ ਜਿਹੜੇ ਅਨਹਦ ਸ਼ਬਦ ਅਨਹਦ ਬਾਣੀ ਸੁਣਦੀ ਹੈ ਤਾਂ ਇਹ ਵੀ ਉਹਨਾਂ ਦੇ ਹੀ ਆਵਾਜ਼। ਜਦੋਂ ਅਸੀਂ ਉਸ ਪੁਆਇੰਟ 'ਤੇ ਪਹੁੰਚਦੇ ਹਾਂ ਜਿੱਥੇ ਜਾ ਕੇ ਅਸੀਂ ਹੋਰ ਸਹਿਜ ਵਿੱਚ ਚਲੇ ਗਏ ਤੇ ਪ੍ਰਮਾਤਮਾ ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਸਾਨੂੰ ਬੁਲਾ ਸਕਦੇ ਆ, ਉਸ ਵੇਲੇ ਅਸੀਂ ਪੌਣ ਪਾਣੀ ਵਸੰਤਰ ਤੋਂ ਉੱਪਰ ਉੱਠੇ ਹੁੰਦੇ ਆ। ਇਹ ਜਿਹੜੀ ਗੱਲਬਾਤ ਫਿਰ ਹੁੰਦੀ ਆ ਇਹ ਹੈ ਟੈਲੀਪੈਥਿਕ। ਇਹ ਮਨ ਇਸ ਸਰੀਰ ਤੋਂ ਉੱਪਰ ਉੱਠ ਕੇ ਬਚਨ ਕਰ ਰਿਹਾ ਹੁੰਦਾ। ਪ੍ਰਮਾਤਮਾ ਦੇ ਬਚਨ ਜਦੋਂ ਇਦਾਂ ਹੁੰਦੇ ਆ ਤੇ ਫਿਰ ਅਸੀਂ ਉਸ ਵੇਲੇ ਪ੍ਰਮਾਤਮਾ ਦੀ ਗੱਲ ਸੁਣਨੀ ਤੇ ਆਪ ਬੋਲਣਾ ਨਹੀਂ ਜਿੰਨਾ ਚਿਰ ਉਹ ਸਾਨੂੰ ਬੁਲਾਉਂਦੇ ਨਹੀਂ ਜਾਂ ਪੁੱਛਦੇ ਨਹੀਂ ਕੁਝ। ਇੱਥੇ ਭਗਤ ਕਬੀਰ ਜੀ ਨੇ ਵੀ ਫਿਰ ਸਾਨੂੰ ਦੱਸਿਆ, ਜਿਵੇਂ ਅਸੀਂ ਉਹਨਾਂ ਦਾ ਨਾਮ ਉਚਾਰਨ ਕਰਦੇ ਹਾਂ, ਕਹਿੰਦੇ ਕਿ ਅਸੀਂ ਵੀ ਉਸ ਦਰ 'ਤੇ ਬਹਿ ਗਏ। ਭਗਤ ਕਬੀਰ ਜੀ ਇਸ ਤਰੀਕੇ ਨਾਲ ਬੈਠੇ ਕਿ ਬਿਲਕੁਲ ਫੁਰ ਹੋ ਕੇ ਨਿਰਮਲ ਮਨ ਦੁਆਰਾ, ਨਿਰਮਲ ਹੁੰਦਾ ਮਨ ਜਦੋਂ ਫੁਰਨਿਆਂ ਤੋਂ ਰਹਿਤ ਹੁੰਦਾ। ਤੇ ਭਗਤ ਕਬੀਰ ਜੀ ਕਹਿੰਦੇ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਅਸੀਂ ਉਸ ਪ੍ਰਮਾਤਮਾ ਦਾ ਨਾਮ ਉਚਾਰਨ ਕਰਦੇ। ਇੱਥੇ ਭਗਤ ਕਬੀਰ ਜੀ ਨੇ ਕਿਹਾ ਕਿ ਉਸ ਹੀ ਪ੍ਰਮਾਤਮਾ ਨੇ ਮੈਨੂੰ ਫਿਰ ਬੁਲਾਇਆ। ਕੀ ਹੋਇਆ ਕਿ ਭਗਤ ਕਬੀਰ ਜੀ ਉਸ ਦਰ 'ਤੇ ਬੈਠ ਗਏ। ਦਰ 'ਤੇ ਬੈਠੇ ਰਹੇ, ਪ੍ਰਮਾਤਮਾ ਨੇ ਮੂਹਰਿਓਂ ਦਰ ਨਹੀਂ ਖੋਲ੍ਹਿਆ। ਤੇ ਜਦੋਂ ਦਰ ਨਹੀਂ ਖੋਲ੍ਹਿਆ ਤੇ ਥੋੜ੍ਹਾ ਜਿਹਾ ਨਾ ਮਨ 'ਚ ਰੋਸ ਆਇਆ ਕਿ ਅਸੀਂ ਆਪਣੇ ਮਾਲਕ ਦੇ ਪਿਤਾ ਦੇ ਸਾਹਮਣੇ ਬੈਠੇ ਹਾਂ, ਇੰਨਾ ਚਿਰ ਇੰਤਜ਼ਾਰ ਉਹਨਾਂ ਨੇ ਕਰਾਇਆ ਸਾਨੂੰ, ਤੇ ਕਹਿੰਦੇ ਕਿ ਅਸੀਂ ਸੁਰਤੀ ਦੁਆਰਾ ਵਾਪਸ ਇੱਧਰ ਨੂੰ ਚੱਲੇ ਸੀ ਤ੍ਰਿਲੋਕੀ ਵੱਲ ਨੂੰ। ਜਦੋਂ ਪ੍ਰਮਾਤਮਾ ਨੇ ਦੇਖਿਆ ਕਿ ਇਹ ਤਾਂ ਇੰਨਾ ਚਿਰ ਬੈਠਾ ਰਿਹਾ ਇੱਥੇ ਅਫੁਰ ਹੋ ਕੇ, ਤੇ ਇਹ ਉੱਠ ਕੇ ਚੱਲਾ ਆ, ਤੇ ਪ੍ਰਮਾਤਮਾ ਨੇ ਦਰ ਖੋਲ੍ਹਿਆ ਤੇ ਆਪ ਹੀ ਬੁਲਾਉਣ ਲੱਗ ਪਿਆ ਕਬੀਰ ਕਬੀਰ। ਅਰਥਾਤ ਕਿ ਇੱਕ ਐਸੀ ਖੇਡ ਆ ਜਿੱਥੇ ਪ੍ਰਮਾਤਮਾ ਤੇ ਭਗਤ ਦੇ ਵਿਚਾਲੇ ਜਿਹੜਾ ਪਿਆਰ ਆ ਉਹ ਇੱਕ ਦੂਸਰੇ ਨਾਲ ਪਿਆਰ ਨਾਲ ਬਚਨ ਕਰਦੇ ਆ। ਇਹ ਸਾਨੂੰ ਮਹਾਰਾਜ ਨੇ ਸੂਝੀ ਬਖਸ਼ੀ ਹੋਈ ਆ। ਹੁਣ ਜੇਕਰ ਤੁਸੀਂ ਉਸ ਅਵਸਥਾ 'ਤੇ ਜਾਣਾ ਚਾਹੁੰਦੇ ਆ, ਇੱਕ ਤਾਂ ਹੈ ਕਿ ਤੁਸੀਂ ਅਭਿਆਸ ਕਰੋ, ਅਭਿਆਸ ਕਰਕੇ ਤੁਸੀਂ ਉਸ ਮੰਜ਼ਿਲੇ ਮੁਕਾਮ 'ਤੇ ਪਹੁੰਚੋ। ਤੇ ਫਿਰ ਕਈ ਵਾਰੀ ਵੱਖ-ਵੱਖ ਵਿਧੀਆਂ ਹੁੰਦੀਆਂ। ਇੱਥੇ ਅਸੀਂ ਥੋੜ੍ਹਾ ਹੀ ਜ਼ਿਕਰ ਕਰਨਾ। ਮੈਨੂੰ ਪਤਾ ਕਿ ਸਵਾਲ ਵੀ ਆਏ, ਪਰ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਸੰਡੇ ਲਈ ਸਵਾਲ ਸੇਵ ਕਰ ਲਿਆ ਕਰੋ। ਪਰ ਵਿਧੀ ਮਹਾਰਾਜ ਨੇ ਗੁਰਬਾਣੀ 'ਚ ਦੱਸੀ ਹੈ। ਕਹਿੰਦੇ ਅਸੁਰ ਨਦੀ ਕਾ ਬੰਦਾ ਹੈ ਮੂਲ, ਪੱਛਮ ਫੇਰ ਚੜਾਵੈ ਸੂਰ, ਅਜਰ ਜਰੈ ਸੋ ਨਿਜਰ ਚਰੈ, ਜਗਨਨਾਥ ਸਿਉ ਗੋਸ਼ਟ ਕਰੈ। ਕਿ ਜੇ ਅਸੀਂ ਅਸੁਰਾਂ ਵਾਲੀ ਨਦੀ ਜਿਹੜੀ ਆ ਇਹਨੂੰ ਬੰਦ ਕਰ ਲਈਏ। ਅਸੁਰ ਨਦੀ ਹੁੰਦੀ ਆ ਉਹ ਨਦੀ ਜਿੱਧਰਲੇ ਪਾਸੇ ਰਾਖਸ਼ ਰਹਿੰਦੇ ਆ। ਆ ਸਾਡੀਆਂ ਜਿਹੜੀਆਂ ਦੋ ਨਾਸਕਾਂ ਆ ਇਹਨਾਂ ਨੂੰ ਗੰਗਾ ਤੇ ਜਮਨਾ ਕਹਿ ਦਿੱਤਾ ਆ। ਸਰਸਵਤੀ ਜਿਹੜੀ ਆ ਜਿਵੇਂ ਉਹ ਸੰਸਾਰ ਵਿੱਚ ਲੋਪ ਹੋ ਚੁੱਕੀ ਆ, ਇੱਦਾਂ ਹੀ ਸਾਡੇ ਸਰੀਰ ਦੇ ਵਿੱਚ ਉਹ ਸੁੰਗੜੀ ਹੋਈ ਜਿਹੜੀ ਨਾੜੀ ਸੁਖਮਨਾ ਆ ਉਹਨੂੰ ਕਿਹਾ ਹੋਇਆ। ਤੇ ਮਹਾਰਾਜ ਇੱਥੇ ਕਹਿੰਦੇ ਆ ਕਿ ਜਿਹੜੀ ਅਸੁਰਾਂ ਵਾਲੀ ਨਦੀ ਆ ਉਹਨੂੰ ਬੰਦ ਕਰ ਲਓ। ਅਸੁਰ ਜਿਹੜੇ ਆ ਰਾਖਸ਼ ਪੰਚ ਦੂਤ ਜਿਹੜੇ ਆ ਕਾਮ ਕ੍ਰੋਧ ਲੋਭ ਅਹੰਕਾਰ, ਉਹ ਸਾਡੇ ਇਸ ਸੱਜੇ ਪਾਸੇ ਆ। ਜਦੋਂ ਅਸੀਂ ਇਹ ਸੱਜਾ ਪਾਸਾ ਛੱਡ ਦਿੰਦੇ ਆ, ਸਾਡੀ ਸੁਰਤੀ ਆ ਜਾਏ ਖੱਬੇ, ਤੇ ਮਹਾਰਾਜ ਨੇ ਫਿਰ ਦੱਸ ਦਿੱਤਾ ਕਿ ਪੱਛਮ ਫੇਰ ਚੜਾਵੈ ਸੂਰ। ਕਿ ਪੱਛਮ ਦੁਆਰੇ ਜਿਹੜਾ ਸੂਰਜ, ਮਹਾਰਾਜ ਕਹਿੰਦੇ ਪੱਛਮ ਦੁਆਰੇ ਸੂਰਜ ਤਪੈ। ਅਸੀਂ ਆਪਣੀ ਸੁਰਤੀ ਵੀ ਉੱਥੇ ਪੱਛਮ ਵਾਲੇ ਪਾਸੇ ਲੈ ਜਾਣਾ।
ਹੁਣ ਇੱਥੇ ਨੋਟ ਕਰੋ, ਉਧਰ ਮਹਾਰਾਜ ਨੇ ਕਹਿ ਦਿੱਤਾ ਸੀਗਾ ਉੱਤਰ ਅਵਕਟ ਸਰਵਨਾਵ ਹੈ, ਕਿਹਾ ਸੀਗਾ ਕਿ ਖੱਬਾ ਪਾਸਾ ਹੈ ਸਾਡੇ ਸਰੀਰ ਦਾ, ਪੱਛਮ ਹੋ ਜਾਂਦਾ ਪਿਛਲਾ ਪਾਸਾ, ਤੇ ਸੱਜੇ ਪਾਸੇ ਨੂੰ ਜਿਹੜਾ ਦੱਖਣ ਆ ਜਿੱਥੇ ਅਸੁਰਾਂ ਦੀ ਨਦੀ ਆ ਉਹਨੂੰ ਅਸੀਂ ਛੱਡ ਦਿੱਤਾ। ਸਾਡਾ ਮਨ ਜਦੋਂ ਇੱਧਰਲੇ ਪਾਸੇ, ਇਹ ਜੁਗਤੀ ਆ ਅਸਲ ਵਿੱਚ ਦਸਮ ਦੁਆਰ ਦੇ ਵਿੱਚ ਪ੍ਰਵੇਸ਼ ਹੋਣ ਲਈ ਤੁਸੀਂ ਕਿਸੇ ਵੀ ਪਾਸਿਓਂ ਅੰਦਰ ਪ੍ਰਵੇਸ਼ ਹੋ ਸਕਦੇ ਆ, ਪਰ ਮਹਾਰਾਜ ਨੇ ਸਾਨੂੰ ਜ਼ਿਆਦਾਤਰ ਇਹ ਦੱਸਿਆ ਹੋਇਆ ਕਿ ਸੂਰਜ ਵਾਲਾ ਪਾਸਾ ਜਿਹੜਾ ਸੱਜਾ ਹੁੰਦਾ ਆ। ਹੁਣ ਇੱਥੇ ਕਨਫਿਊਜ਼ਨ ਹੋ ਸਕਦੀ ਕਿ ਸੂਰਜ ਨਾਲੇ ਪੱਛਮ ਆ, ਪਿੱਛੇ ਇਹ ਪ੍ਰਗਟ ਹੋ ਜਾਂਦਾ ਸੂਰਜ ਦਾ ਪ੍ਰਕਾਸ਼। ਇਹ ਪਹਿਲਾਂ ਜਦੋਂ ਸਾਡੇ ਜਿਹੜੇ ਨੇਤਰ ਆ, ਖੱਬੇ ਨੂੰ ਚੰਦਰਮਾ ਕਿਹਾ ਹੋਇਆ, ਸੱਜੇ ਨੂੰ ਸੂਰਜ ਕਿਹਾ ਹੋਇਆ। ਜਿਹੜੀਆਂ ਸਾਡੀਆਂ ਨਾਸਕਾਂ ਆ, ਜਿਹੜੇ ਪੌਣ ਸੱਜੇ ਪਾਸੇ ਚੱਲਦੀ ਹੈ, ਇਹਨੂੰ ਵੀ ਸੂਰਜ ਕਹਿ ਦਿੱਤਾ ਹੈ, ਅਤੇ ਖੱਬੇ ਪਾਸੇ ਨੂੰ ਚੰਦਰਮਾ ਕਹਿ ਦਿੱਤਾ ਹੈ। ਖੱਬੇ ਪਾਸੇ ਠੰਡਕ ਹੁੰਦੀ ਆ, ਸੱਜੇ ਪਾਸੇ ਹੁੰਦਾ ਆ ਅਗਨ, ਗਰਮੈਸ਼। ਮਹਾਰਾਜ ਨੇ ਸਾਨੂੰ ਪੰਜਾਂ ਦੁੱਤਾਂ ਤੋਂ ਰਹਿਤ ਕਰਨ ਲਈ ਕਿਹਾ ਹੋਇਆ ਹੁੰਦਾ ਹੈ ਕਿ ਤੁਸੀਂ ਖੱਬੇ ਪਾਸੇ ਜਾਓ, ਸੂਰਜ ਨੂੰ ਛੱਡ ਕੇ ਚੰਦਰਮਾ ਵਾਲੇ ਘਰ ਚਲੇ ਜਾਓ। ਅਤੇ ਇੱਧਰ ਮਹਾਰਾਜ ਨੇ ਵਿਧੀ ਹੋਰ ਦੱਸੀ ਹੈ ਕਿ ਜਦੋਂ ਤੁਸੀਂ ਇਹਦਾ ਖੱਬੇ ਪਾਸੇ ਚਲੇ ਗਏ ਅਤੇ ਫਿਰ ਤੁਸੀਂ ਪਿੱਛੇ ਪਾਸੇ ਜਿੱਥੇ ਸੂਰਜ ਮੁੜ ਕੇ ਪ੍ਰਗਟ ਹੋ ਜਾਊਗਾ ਉੱਥੇ ਚਲੇ ਜਾਣਾ। ਸੋ ਇੱਥੇ ਕਨਫਿਊਜ਼ ਨਹੀਂ ਹੋਣਾ। ਉਹ ਮਹਾਰਾਜ ਨੇ ਭੇਦ ਦਿੱਤਾ ਕਿ ਜਦੋਂ ਅਸੀਂ ਇੱਧਰਲਾ ਪਾਸਾ ਸੱਜਾ ਦਾ ਛੱਡ ਦਿੰਦੇ ਹਾਂ, ਉਹ ਫਿਰ ਸੂਰਜ ਦਾ ਪ੍ਰਕਾਸ਼ ਬ੍ਰਹਮ ਦਾ ਉਹ ਪਿੱਛੇ ਸਾਨੂੰ ਪ੍ਰਾਪਤ ਹੁੰਦਾ। ਫਿਰ ਮਹਾਰਾਜ ਕਹਿੰਦੇ ਕਿ ਉੱਧਰ ਸੁਰਤੀ ਸਹਿਜੇ ਲੈ ਜਾਣੀ ਆ। ਫਿਰ ਕਹਿੰਦੇ ਅਜਰ ਜਰੈ ਸੋ ਨਿਜਰ ਚਰੈ। ਅਜਰ ਹੁੰਦਾ ਆ ਉਹਨਾਂ ਦਾ ਸ਼ਬਦ, ਨਾਮ, ਉਹਨੂੰ ਸਹਿਜੇ ਕੀਤੇ ਜਰਿਆ ਨਹੀਂ ਜਾ ਸਕਦਾ। ਕਹਿੰਦੇ ਕਿ ਤੁਸੀਂ ਉਹ ਅਵਸਥਾ ਬਣਾਉਣੀ ਆ ਜਿਹੜਾ ਕਿ ਉਸ ਸ਼ਬਦ ਨੂੰ ਤੁਸੀਂ ਜਰ ਸਕਦੇ ਆ। ਅਜਰ ਜਰੈ ਸੋ ਨਿਜਰ ਚਰੈ, ਜੇ ਇੱਦਾਂ ਕਰਾਂਗੇ ਅਤੇ ਸਾਨੂੰ ਅੰਦਰੋਂ ਅੰਮ੍ਰਿਤ ਰਸ ਪ੍ਰਾਪਤ ਹੋਊਗਾ ਉਸੇ ਸ਼ਬਦ ਦੇ ਵਿੱਚੋਂ, ਜਿਹਨੂੰ ਮਹਾਰਾਜ ਕਹਿੰਦੇ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਕਾਢ ਪੀਐ ਆਪਣੇ ਹਾਰੇ। ਉਹ ਜਦੋਂ ਨਾਦ ਪ੍ਰਗਟ ਹੁੰਦਾ ਆ, ਫਿਰ ਕਹਿੰਦੇ ਕਿ ਉਸ ਨਾਦ ਨਾਲ ਜੁੜ ਕੇ ਤੁਸੀਂ ਉਸ ਗੁਫਾ ਦੇ ਵਿੱਚ ਪਹੁੰਚ ਜਾਓਗੇ ਜਿੱਥੇ ਤੁਸੀਂ ਉਸ ਪ੍ਰਮਾਤਮਾ ਨਾਲ, ਜਗਨਨਾਥ ਨਾਲ ਗੋਸ਼ਟੀ ਕਰ ਸਕਦੇ ਆ। ਜਗਨਨਾਥ ਸਿੰਘ ਗੋਸ਼ਟ ਕਰੇ, ਇਹ ਵਿਧੀ ਆ। ਪਰ ਕਿਉਂਕਿ ਸਾਡੇ ਅੰਦਰ ਉਸ ਸ਼ਬਦ ਨੂੰ ਜਰਨ ਵਾਲੀ ਸ਼ਕਤੀ ਚਾਹੀਦੀ ਆ, ਜ਼ਰੂਰੀ ਆ ਕਿ ਅਸੀਂ ਰੋਮ ਰੋਮ ਸਿਮਰਨ ਤੱਕ ਪਹਿਲਾਂ ਪਹੁੰਚ ਜਾਈਏ ਜਿੱਥੇ ਅਸੀਂ ਸ਼ਬਦ ਨੂੰ ਜਰ ਸਕਦੇ ਹਾਂ, ਫਿਰ ਹੀ ਇਹ ਵਿਧੀ ਅਪਣਾਈ ਜਾਏ। ਜਿੰਨੀਆਂ ਵੀ ਧਿਆਨ ਦੀਆਂ ਵਿਧੀਆਂ ਤੁਹਾਨੂੰ ਗੁਰਬਾਣੀ ਰਾਹੀਂ ਦੱਸੀਆਂ ਜਾਂਦੀਆਂ, ਉਹ ਉਹੀ ਗੁਰਮੁਖ ਅਪਣਾਉਣ ਜਿਨ੍ਹਾਂ ਨੇ ਅੰਦਰ ਆਪਣੇ ਗੁਰਮੰਤਰ ਦਾ ਅਭਿਆਸ ਇੰਨਾ ਕਰ ਚੁੱਕੇ ਆ ਕਿ ਗੁਰਮੰਤਰ ਦਾ ਅਭਿਆਸ ਰੋਮ ਰੋਮ ਸਿਮਰਨ ਤੱਕ ਲੈ ਜਾ ਚੁੱਕੇ ਆ। ਜਾਂ ਅਨਲੈਸ ਤੁਹਾਨੂੰ ਕੋਈ ਖਾਸ ਦੱਸਿਆ ਜਾਂਦਾ ਕਿ ਹਾਂ ਤੁਸੀਂ ਜੀ ਵਿਧੀ ਇਹ ਲਾ ਸਕਦੇ ਆ। ਇਹਦਾ ਜ਼ਿਕਰ ਕਰਨ ਦਾ ਮਤਲਬ ਇਹ ਹੁੰਦਾ ਕਿ ਜਿੰਨੇ ਵੀ ਗੁਰਮੁਖ ਸੰਗਤ ਕਰਦੇ ਆ, ਹੁਣ ਜਿਵੇਂ ਅਸੀਂ ਔਨਲਾਈਨ ਕਰਦੇ ਆ, ਕਿਸੇ ਦੀ ਕੋਈ ਸਟੇਜ ਹੁੰਦੀ ਆ, ਕਿਸੇ ਦੀ ਕੋਈ ਹੁੰਦੀ ਆ। ਕਈ ਹੈਗੇ ਆ ਉਹ ਰੋਮ ਰੋਮ ਸਿਮਰਨ ਕਰਦੇ ਰਹੇ ਆ ਬਹੁਤ ਚਿਰ, ਅਨਹਦ ਸ਼ਬਦ ਉਹਨਾਂ ਨੂੰ ਹੁਣ ਸੁਣਦੇ ਆ, ਅਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ ਉਹ ਸੁਣ 'ਚ ਫਿਰ ਸਮਾ ਜਾਂਦੇ ਆ। ਅਤੇ ਕਈ ਵਾਰੀ ਕੋਈ ਨਾ ਕੋਈ ਵਿਧੀ ਚਾਹੀਦੀ ਜਿੱਥੇ ਉਹ ਹੋਰ ਥੋੜ੍ਹਾ ਗਾਂਹ ਵੱਧ ਸਕਦੇ ਆ। ਸੋ ਇਸ ਤਰੀਕੇ ਦੇ ਨਾਲ ਇਹ ਵੱਖ-ਵੱਖ ਵਿਧੀਆਂ ਹੁੰਦੀਆਂ, ਪਰ ਇਹ ਥਰੂ ਪ੍ਰੋਪਰ ਚੈਨਲ, ਪ੍ਰੋਪਰਲੀ ਅਭਿਆਸ ਕਰਕੇ ਫਿਰ ਅਸੀਂ ਕਿਸੇ ਪੁਆਇੰਟ 'ਤੇ ਪਹੁੰਚਣਾ ਹੁੰਦਾ। ਜੇਕਰ ਅਸੀਂ ਜਰਦੇ ਨਹੀਂ ਉਸ ਸ਼ਬਦ ਨੂੰ, ਜੇ ਅਸੀਂ ਉਹਨੂੰ ਜਰਨ ਵਾਲੀ ਸ਼ਕਤੀ ਨਹੀਂ ਰੱਖਦੇ, ਤਾਂ ਕਈ ਵਾਰੀ ਸਾਡਾ ਜਿਹੜਾ ਦਿਮਾਗ ਦਾ ਸੰਤੁਲਨ ਵਿਗੜ ਸਕਦਾ ਹੈ ਅਭਿਆਸ ਕਰਦੇ ਕਰਦੇ। ਤਾਂ ਇਹ ਜਿੱਥੇ ਸਪਿਰਿਚੁਅਲ ਗਿਆਨ, ਅਧਿਆਤਮਕ ਗਿਆਨ ਮਹਾਰਾਜ ਸਾਨੂੰ ਦਿੰਦੇ ਆ, ਨਾਲ ਨਾਲ ਸਾਨੂੰ ਸਮਝਾਇਆ ਹੋਇਆ ਕਿ ਕਿਵੇਂ ਕਿਵੇਂ ਅਭਿਆਸ ਕਰਨਾ। ਜਿਹੜੇ ਗੁਰਮੁਖ ਹਜੇ ਸਿੱਖ ਰਹੇ ਆ, ਤੁਸੀਂ ਗੁਰਮੰਤਰ ਦਾ ਅਭਿਆਸ ਸਾਸ ਗਰਾਸ, ਸਾਸ ਰੋਮ ਰੋਮ ਸਿਮਰਨ ਤੱਕ ਲੈ ਕੇ ਜਾਓ। ਜਿਨ੍ਹਾਂ ਨੇ ਹਜੇ ਸ਼ੁਰੂ ਕੀਤਾ ਹੈ, ਸੁਣ ਵਿੱਚ ਵਾਰ-ਵਾਰ ਸਮਾਉਣਾ ਹੈ। ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਵਿਧੀ ਦੱਸੀ ਹੋਰ, ਜਿਹੜਾ ਸਾਡੀ ਪ੍ਰੈਕਟਿਸ ਹੋਣੀ ਚਾਹੀਦੀ ਹੈ, ਜਿਸ ਦੁਆਰਾ ਬੜਾ ਸੁਖੈਨ ਅਸੀਂ ਪ੍ਰਮਾਤਮਾ ਨੂੰ ਮਿਲਾਪ ਕਰ ਸਕਦੇ। ਮਹਾਰਾਜ ਕਹਿੰਦੇ ਆ ਰਾਮਕਲੀ ਰਾਗ ਦੇ ਵਿੱਚ, ਰਾਮਕਲੀ ਪਾਤਸ਼ਾਹੀ 10ਵੀਂ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ ਰਹਾਓ। ਹੁਣ ਜਿਵੇਂ ਮਹਾਰਾਜ ਨੇ ਦੇਖਿਆ ਕਿ ਲੋਕੀ ਸੰਸਾਰ ਦੇ ਜਿਹੜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ, ਕੋਈ ਘਰ ਬਾਰ ਛੱਡ ਕੇ
ਜੰਗਲਾਂ ਨੂੰ ਚਲੇ ਜਾਂਦਾ, ਕੋਈ ਪਹਾੜਾਂ 'ਚ ਚਲੇ ਜਾਂਦਾ, ਕੋਈ ਜਾਂਦਾ ਬਾਹਰ, ਛੱਡ ਦਿੰਦਾ, ਤਿਆਗ ਦਿੰਦਾ ਮਾਇਆ ਨੂੰ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਕਿ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਦੁਆਰਾ ਲਿਵ ਲੱਗ ਜਾਏ ਪ੍ਰਮਾਤਮਾ ਦੇ ਨਾਲ, ਉਹ ਮਾਇਆ ਦੇ ਵਿੱਚ ਰਹਿੰਦੇ ਹੋਏ ਪ੍ਰਮਾਤਮਾ ਨੂੰ ਪਾ ਲੈਂਦੇ ਆ। ਗੁਰੂ ਸਾਹਿਬ ਨੇ ਹਮੇਸ਼ਾ ਹੀ ਇਹ ਜੁਗਤ ਸਾਨੂੰ ਸਮਝਾਈ ਆ ਕਿ ਤੁਸੀਂ ਪਰਿਵਾਰ ਦੇ ਵਿੱਚ ਹੱਸਦੇ ਖੇਡਦੇ, ਪਹਿਨਦੇ ਖਾਂਦੇ, ਤੁਸੀਂ ਉਸ ਪ੍ਰਮਾਤਮਾ ਨਾਲ ਮਿਲਾਪ ਕਰੋ। ਮਹਾਰਾਜ ਕਹਿੰਦੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਕਈ ਵਾਰੀ ਅਸੀਂ ਇੰਨਾ ਆਪਣੇ ਆਪ ਨੂੰ ਕੱਟੜ ਬਣਾ ਲੈਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਅੰਦਰੋਂ ਸਮਝਦੇ ਕਿ ਅਸੀਂ ਸਹੀ ਮਾਰਗ 'ਤੇ ਚੱਲੇ ਹੋਏ ਹਾਂ। ਇੱਥੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਤੁਸੀਂ ਮਾਇਆ ਦੇ ਵਿੱਚ ਰਹਿ ਕੇ ਮਿਲ ਸਕਦੇ ਆ। ਅਤੇ ਅਸੀਂ ਕਈ ਵਾਰੀ ਇਸ ਤਰੀਕੇ ਨਾਲ ਮਾਇਆ 'ਚ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਧਾਰਮਿਕ ਵੀ ਬਣਦੇ ਹਾਂ, ਪਰ ਅਸੀਂ ਜਿਹੜਾ ਹੱਸਣਾ ਹੈ ਖੇਡਣਾ ਹੈ ਉਹ ਤਿਆਗ ਦਿੰਦੇ ਹਾਂ। ਮਹਾਰਾਜ ਨੇ ਇਹਨੂੰ ਤਿਆਗਣ ਲਈ ਨਹੀਂ ਕਿਹਾ, ਹੱਸੋ ਖੇਡੋ ਸੰਸਾਰ ਵਿੱਚ, ਪਰ ਮਹਾਰਾਜ ਨੇ ਕਿਹਾ ਕਿ ਪਰਮਾਤਮਾ ਨੂੰ ਭੁੱਲੋ ਨਾ। ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਇਹ ਨਾ ਹੋਵੇ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਭਗਤੀ ਕਰਨੀ ਆ ਅਤੇ ਅਸੀਂ ਸੋਚੀਏ ਕਿ ਮਾਇਆ ਨੂੰ ਛੱਡ ਕੇ ਹੀ ਭਗਤੀ ਹੋਣੀ ਹੈ, ਅਤੇ ਅਸੀਂ ਆਪਣੀ ਜ਼ਿੰਮੇਵਾਰੀਆਂ ਵੀ ਨਕਾਰ ਦਿੰਦੇ ਹਾਂ। ਫਿਰ ਉੱਥੇ ਮਹਾਰਾਜ ਨੇ ਸਾਨੂੰ ਸਮਝਾਇਆ, ਕਹਿੰਦੇ ਕਿ ਚੌਂਕਾ ਦੇ ਕੇ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ, ਕਿ ਚੌਂਕਾ ਦੇ ਕੇ, ਚੌਂਕਾ ਜਿਹੜਾ ਆਪਣਾ ਜਿੱਥੇ ਭੋਜਨ ਬਣਾਉਣਾ ਆ, ਇੱਕ ਜੀਵ ਹਿੰਦੂ ਮਜ਼ਹਬ ਦੇ ਵਿੱਚੋਂ ਕਹਿੰਦੇ ਬੜਾ ਸਫਾਈ ਕਰਦਾ ਹੈ। ਚੌਂਕਾ ਦੇ ਕੇ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ, ਜੋਗੀ ਗਿਰਹੀ ਜਟਾ ਵਿਭੂਤ। ਕਹਿੰਦੇ ਕਿ ਉਹ ਜੋਗੀ ਬਣਿਆ ਹੋਇਆ ਆ ਅਤੇ ਨਾਲ ਹੀ ਗ੍ਰਸਤੀ ਬਣਿਆ ਹੋਇਆ। ਜੋਗੀ ਗਿਰਹੀ ਜਟਾ ਵਿਭੂਤ, ਉਹਨੇ ਕੀ ਕੀਤਾ, ਜਟਾਵਾਂ ਵਧਾ ਲਈਆਂ ਆਪਣੀਆਂ ਵਿੱਚ, ਜਟਾਵਾਂ ਦਾ ਰਹਿੰਦੇ ਹੋਏ ਗ੍ਰਸਤੀ ਜੀਵਨ ਦੇ ਵਿੱਚ ਜਟਾਵਾਂ ਵਧਾ ਲਈਆਂ ਅਤੇ ਆਪਣੇ ਉੱਤੇ ਦਾ ਸਵਾਹ ਪਾ ਲਏ, ਵਿਭੂਤੀ ਜਿਹੜੀ ਆ। ਜੋਗੀ ਗਿਰਹੀ ਜਟਾ ਵਿਭੂਤ, ਆਗੇ ਪਾਛੈ ਰੋਵੈ ਪੂਤ। ਕਹਿੰਦੇ ਕਿ ਉਹ ਭਗਤੀ ਇਸ ਤਰੀਕੇ ਨਾਲ ਕਰਨ ਲੱਗਾ ਕਿ ਉਹ ਆਪਣੀ ਜ਼ਿੰਮੇਵਾਰੀਆਂ ਵੀ ਭੁੱਲ ਗਿਆ। ਅੱਗੇ ਪਿੱਛੇ ਉਹਦੇ ਨਿਆਣੇ ਰੋਈ ਜਾਂਦੇ ਆ ਕਿ ਸਾਨੂੰ ਸਾਂਭ, ਸਾਡਾ ਕੋਈ ਹੈਲਪ ਕਰ ਦੇ। ਆਗੇ ਪਾਛੈ ਰੋਵੈ ਪੂਤ। ਫਿਰ ਮਹਾਰਾਜ ਕਹਿੰਦੇ ਜੋਗ ਨਾ ਪਾਇਆ ਜੁਗਤ ਗਵਾਏ। ਕਹਿੰਦੇ ਉਹਨੇ ਫਿਰ ਜੋਗ ਜਿਹੜਾ ਆ ਪਰਮਾਤਮਾ ਦੀ ਪ੍ਰਾਪਤੀ, ਜੋਗ ਕਹਿੰਦੇ ਜੁੜਨਾ, ਪਰਮਾਤਮਾ ਨਾਲ ਜੁੜਨਾ, ਉਹ ਜੁੜ ਨਹੀਂ ਹੋਇਆ ਉਹਦੇ ਤੋਂ। ਜੋਗ ਨਾ ਪਾਇਆ ਜੁਗਤ ਗਵਾਏ। ਕਿਉਂ? ਉਹਨੇ ਜੁਗਤੀ ਜਿਹੜੀ ਛੱਡ ਦਿੱਤੀ। ਜੁਗਤੀ ਤਾਂ ਇਹ ਸੀਗੀ ਕਿ ਤੁਸੀਂ ਮਾਇਆ ਦੇ ਵਿੱਚ ਰਹਿੰਦੇ ਹੋਏ ਪਰਮਾਤਮਾ ਨਾਲ ਮਿਲਾਪ ਕਰੋ। ਉਹਨੇ ਜੁਗਤੀ ਅਪਣਾਈ ਨਹੀਂ। ਉਹਨੇ ਕੀ ਕੀਤਾ, ਉਹਨੇ ਸਮਝਿਆ ਕਿ ਸਾਰਿਆਂ ਨੂੰ ਸੌਖਾ ਹੈ, ਮੈਂ ਘਰ-ਬਾਰ ਤਿਆਗ ਕੇ ਫਿਰ ਭਗਤੀ ਕਰਾਂ। ਅਤੇ ਮਹਾਰਾਜ ਕਹਿੰਦੇ ਜੋਗ ਨਾ ਪਾਇਆ ਜੁਗਤ ਗਵਾਏ। ਫਿਰ ਕਹਿੰਦੇ ਕਿਤ ਕਾਰਨ ਸਿਰਸ਼ਾਈ ਪਾਈ। ਕਹਿੰਦੇ ਕਿਹੜੇ ਕਾਰਨ ਕਰਕੇ ਤੂੰ ਆਪਣੇ ਸਿਰ 'ਚ ਸਵਾਹ ਪਾਇਆ, ਜੋਗੀ ਬਣਿਆ ਸੀਗਾ, ਕਿ ਇੰਨਾ ਕੁਛ ਤੂੰ ਧਾਰਮਿਕ ਕਰਦਾ ਆ, ਨਿਆਣੇ ਤੇਰੇ ਰੋਂਦੇ ਆ ਅੱਗੇ ਪਿੱਛੇ, ਤੂੰ ਆਪਣੇ ਜਿਹੜੇ ਜ਼ਿੰਮੇਵਾਰੀਆਂ ਉਹ ਵੀ ਤਿਆਗ ਦਿੱਤੀਆਂ, ਅਤੇ ਫਿਰ ਕਾਹਦੀ ਭਗਤੀ ਕੀਤੀ ਹੈ ਤੂੰ, ਨਾਲੇ ਮਿਲਾਪ ਨਹੀਂ ਹੋਇਆ। ਤਾਂ ਮਹਾਰਾਜ ਨੇ ਸਾਨੂੰ ਜਿਹੜੀ ਖੇਡ ਸਮਝਾਈ ਹੋਈ ਹੈ ਉਹ ਹੈ ਕਿ ਮਾਇਆ ਦੇ ਵਿੱਚ ਰਹਿ ਕੇ ਤੁਸੀਂ ਅਭਿਆਸ ਕਰਨਾ। ਫਿਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਕਹਿੰਦੇ ਕਿ ਬਨ ਜਿਹੜਾ ਆ ਉਹ ਸਾਰਾ ਦੁਨੀਆ ਇੱਕ ਬਨ ਸਮਝ। ਬਨ ਸੇ ਸਦਨ, ਜਿਹੜਾ ਇੱਦਾਂ ਵਨ ਨੂੰ ਜਾਂਦੇ ਆ ਜੀਵ, ਕਿ ਅਸੀਂ ਮਾਇਆ ਨੂੰ ਛੱਡ ਕੇ, ਸ਼ਹਿਰਾਂ ਨੂੰ ਛੱਡ ਕੇ, ਘਰ-ਬਾਰ ਛੱਡ ਕੇ ਅਸੀਂ ਕਿਤੇ ਤਪ ਕਰਨ ਲੱਗ ਪਏ ਜੰਗਲ ਦੇ ਵਿੱਚ ਜਾ ਕੇ। ਕਹਿੰਦੇ ਕਿ ਇਹ ਸਾਰਾ ਜੰਗਲ ਹੀ ਸਮਝ, ਜਿਸ ਦੇ ਵਿੱਚ ਤੂੰ ਰਹਿਣਾ ਆ ਮਾਇਆ ਤੋਂ ਉਦਾਸ ਹੋ ਕੇ ਮਨ ਦੁਆਰਾ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ ਰਹਾਓ। ਜਤ ਕੀ ਜਟਾ ਜੋਗ ਕੋ ਮਜਨ, ਨੇਮ ਕੇ ਨਖਨ ਵਡਾਓ। ਕਹਿੰਦੇ ਸਤੋ ਗੁਣ ਜਿਹੜਾ ਆ ਉਹਨੂੰ ਧਾਰਨ ਕਰ, ਦਇਆ ਨਮਰਤਾ ਸਹਿਨਸ਼ੀਲਤਾ ਜਤ ਸਤ ਸੰਤੋਖ, ਇਹ ਧਾਰਨ ਅਸੀਂ ਕਰਨਾ। ਜਤ ਕੀ ਜਟਾ ਜੋਗ ਕੋ ਮਜਨ, ਨੇਮ ਕੇ ਨਖਨ ਵਡਾਓ, ਕਿ ਆਪਣਾ ਨੇਮ ਬਣਾ ਲਾ ਇਹ ਭਗਤੀ ਵਾਲਾ। ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਭੂਤ ਲਗਾਓ। ਜਿਹੜਾ ਗੁਰੂ ਦਾ ਗਿਆਨ ਆ ਉਹ ਆਤਮਿਕ ਉਪਦੇਸ਼ ਆ, ਅੰਦਰਲੀ ਗੱਲ ਰੂਹਾਨੀਅਤ ਦੀ ਦੱਸੀ ਹੋਈ ਆ ਮਹਾਰਾਜ ਨੇ। ਉਹਦੇ ਨਾਲ ਜੁੜਨਾ, ਨਾਮ ਦੇ ਨਾਲ ਜੁੜਨਾ। ਨਾਮ ਹੈ ਹਰੀ ਦੇ ਚਰਨ। ਇਹ ਜਿਹੜੀ ਵਿਭੂਤੀ ਆ ਇਹ ਅਸੀਂ ਆਪਣੇ ਉੱਪਰ ਪਾਉਣੀ ਆ।
ਮਨ ਤੇ। ਅਲਪ ਹਾਰ ਸੁਲਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਕਹਿੰਦੇ ਥੋੜਾ ਖਾਣਾ, ਥੋੜਾ ਸੌਣਾ, ਦਇਆ, ਉਹੀ ਫਿਰ ਸਤੋਗੁਣ ਦੀ ਗੱਲ ਆ ਗਈ, ਦਇਆ ਧਾਰਨ ਕਰਨੀ, ਖਿਮਾ ਕਰਨਾ ਕਿਸੇ ਨੂੰ। ਜੇ ਕੋਈ ਗਲਤ ਕਰਦਾ ਹੈ ਜਾਂ ਕਿਸੇ ਨੇ ਗਲਤ ਬੋਲ ਦਿੱਤਾ, ਸਾਡੇ ਅੰਦਰ ਖਿਮਾ ਵਾਲੀ ਭਾਵਨਾ ਹੋਵੇ ਕਿ ਉਹਨੂੰ ਵੀ ਹਰੀ ਦਾ ਰੂਪ ਸਮਝ ਕੇ ਮਾਫ ਕਰ ਦਿੱਤਾ, ਕਿ ਸਾਡਾ ਇਮਤਿਹਾਨ ਹੀ ਲੈ ਰਿਹਾ ਸ਼ਾਇਦ। ਅਲਪ ਹਾਰ ਸੁਲਭ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਸੀਲ ਸੰਤੋਖ ਸਦਾ ਨਿਰਵਾਹੇ ਬੋ ਹੈ ਬੋ ਤ੍ਰਿਗੁਣ ਅਤੀਤ। ਕਿ ਸੰਤੋਖ ਧਾਰਨ ਕਰਨਾ, ਸੀਲ ਸੰਤੋਖ ਨਾਲ ਚੱਲਣਾ ਸੰਸਾਰ ਵਿੱਚ, ਤ੍ਰੈ ਗੁਣਾ ਤੋਂ ਅਤੀਤ ਹੋ ਜਾਣਾ। ਕਾਮ ਕ੍ਰੋਧ ਹੰਕਾਰ ਲੋਭ ਹਠ ਮੋਨਾ ਮਨ ਸਿਉ ਲਿਆਵੈ। ਕਿ ਕਾਮ ਕ੍ਰੋਧ ਹੰਕਾਰ ਲੋਭ ਹਠ ਜਿਹੜਾ ਆ ਹੁੰਦਾ ਹੈ ਕਿ ਅਸੀਂ ਜਿਹੜਾ ਆਪਣੇ ਸਰੀਰ ਨਾਲ ਧੱਕਾ ਕਰਦੇ ਹਾਂ, ਜਿਹਨੂੰ ਮਾਰੇ ਕਹਿੰਦੇ ਮਨ ਹਠ ਜੋ ਕਮਾਵੇ ਤਿਲ ਨਾ ਲੇਖੇ ਪਾਵੇ। ਕਿ ਮਨ ਦੁਆਰਾ ਅਸੀਂ ਹਠ ਕਰਦੇ ਹਾਂ ਕਿ ਅਸੀਂ ਆਹ ਕਰਮ ਕਰਨਾ ਹੈ, ਧਾਰਮਿਕ ਕਰਮ ਭਾਵੇਂ ਹੋਵੇ, ਅਸੀਂ ਹਠ ਕਰਕੇ ਕਰਦੇ ਹਾਂ, ਮਨ ਵਿੱਚ ਹੈ ਹੀ ਨਹੀਂ। ਅਸੀਂ ਉਂਝ ਦਾ ਜ਼ੋਰ ਲਾਈ ਜਾਂਦੇ ਹਾਂ ਇਸ ਤਰੀਕੇ ਨਾਲ ਕਿ ਸਰੀਰ ਨੂੰ ਤਕਲੀਫ ਦਿੰਦੇ ਆ, ਕਿ ਇੱਕ ਦੂਸਰੇ ਜਿਹੜੇ ਅਗਰ ਆਲੇ ਦੁਆਲੇ ਬਾਲ ਕੇ ਉਹਦੇ ਵਿੱਚ ਬੈਠ ਜਾਂਦੇ ਆ। ਕਈ ਕੀ ਕਰਦੇ ਆ, ਉਹ ਹੱਠ ਐਸਾ ਕਰਦੇ ਆ ਸਰੀਰ ਦੁਆਰਾ ਕਿ ਉਹ ਖੜ ਜਾਂਦੇ ਆ ਪਾਣੀ ਦੇ ਵਿੱਚ। ਅਤੇ ਇਹ ਜਿਹੜਾ ਹੱਠ ਇਹ ਮਹਾਰਾਜ ਨੂੰ ਮਨਜ਼ੂਰ ਨਹੀਂ ਹੈਗਾ। ਅਸੀਂ ਕਰਨਾ ਆ ਭਗਤੀ ਮਨ ਦੁਆਰਾ, ਮਨ ਨੂੰ ਇੱਥੋਂ ਉੱਪਰ ਉਠਾਉਣਾ ਆ ਤ੍ਰੈਗੁਣਾ ਤੋਂ। ਹੱਠ ਜਿਹੜਾ ਆ, ਹੁਣ ਅਸੀਂ ਵੀ ਜਿਹੜੇ ਜੀਵ ਆ ਉਹ ਕਈ ਵਾਰੀ ਕਹਿੰਦੇ ਆ ਕਿ ਸਰੀਰ ਜਿਹੜਾ ਆ ਉਹ ਬਿਲਕੁਲ ਇੱਦਾਂ ਰੀੜ੍ਹ ਦੀ ਹੱਡੀ ਸਿੱਧੀ ਰੱਖੋ ਅਤੇ ਉਹ ਸਰੀਰ ਝੁਕਣਾ ਨਹੀਂ ਚਾਹੀਦਾ, ਇਸ ਤਰੀਕੇ ਨਾਲ ਭਗਤੀ ਹੋਣੀ ਚਾਹੀਦੀ ਹੈ। ਅਤੇ ਇਹ ਵੀ ਹੱਠ ਵਿੱਚ ਆ ਜਾਂਦਾ ਹੈ ਜੇਕਰ ਅਸੀਂ ਇਸ ਤਰੀਕੇ ਨਾਲ ਸਰੀਰ ਨੂੰ ਤਕਲੀਫ ਦੇਣ ਲੱਗ ਪੈਂਦੇ। ਜੇ ਨਹੀਂ ਬੈਠ ਸਕਦੇ ਸਿੱਧਾ ਪੂਰੀ ਤਰ੍ਹਾਂ, ਦੈਟ ਡਜ਼ਨਟ ਮੀਨ ਵੀ ਕੈਨਟ ਡੂ ਭਗਤੀ। ਅਸੀਂ ਕੋਸ਼ਿਸ਼ ਫਿਰ ਕਰੀਏ ਕਿ ਫਿਰ ਵੀ ਭਾਵੇਂ ਜੇ ਲੰਮਾ ਪੈ ਕੇ ਕਰ ਸਕਦੇ ਲੰਮਾ ਪੈ ਕੇ ਕਰ ਲਓ। ਮੈਂ ਆਪ ਦੇ ਕੇ ਸਾਧੂ ਜਿਹੜਾ ਆਪਣੀ ਬਾਂਹ ਹੀ ਖੜੀ ਰੱਖੀ ਉਹਨੇ ਆਕਾਸ਼ ਵਿੱਚ ਕਿੰਨਾ ਚਿਰ, ਅਤੇ ਉਹਦੇ ਜਿਹੜੇ ਬਾਂਹ ਆ ਉਹ ਕੈਲਸੀਫਾਈ ਹੋ ਗਈ ਅਤੇ ਉਹ ਮੁੜ ਕੇ ਉਹਦੀ ਬਾਂਹ ਹੀ ਨਹੀਂ ਥੱਲੇ ਨੂੰ ਆਵੇ। ਇੱਥੇ ਤਾਂ ਹੈਗਾ ਕਿ ਸੁੰਨ ਵਿੱਚ ਜਾਣਾ। ਕਈ ਸੋਚਦੇ ਕਿ ਨੀਂਦ ਨਾ ਆਵੇ, ਨੀਂਦ ਨਾ ਆਵੇ, ਇੱਦਾਂ ਸੋਚੀ ਜਾਂਦੇ ਆ ਅਤੇ ਫਿਰ ਉਹ ਹੱਠ ਕਰਨ ਲੱਗ ਪੈਂਦੇ ਕਿ ਨੀਂਦ ਨਾ ਆਵੇ। ਇੱਕ ਸਾਧੂ ਐਸਾ ਵੀ ਦੇਖਿਆ ਕਿ ਉਹਨੇ ਪੀਂਘ ਬਣਾਈ ਹੋਈ ਹੈ ਜਿੱਥੇ ਉਹ ਆਪਣਾ ਵੇਟ ਪਾ ਲੈਂਦਾ ਹੈ ਆਪਣੇ ਬਾਹਾਂ ਰਾਹੀਂ, ਖੜਾ ਹੀ ਰਹਿੰਦਾ ਹੈ ਕਿ ਜੇ ਨੀਂਦ ਦਾ ਹੁਲਾਰਾ ਆਵੇ ਤਾਂ ਜਿਹੜੀ ਪੀਂਘ ਆ ਝੂਲ ਜਾਂਦੀ ਹੈ ਅਤੇ ਫਿਰ ਉਹ ਆਪ ਉੱਠ ਜਾਂਦਾ ਹੈ। ਅਤੇ ਇਹ ਜਿਹੜੇ ਇੱਦਾਂ ਕਰਮ ਕਰਨਾ ਇਹਨੂੰ ਭਗਤੀ ਨਹੀਂ ਫਿਰ ਕਹਿੰਦੇ, ਇਹ ਹੈਗਾ ਹੱਠ। ਹੱਠ ਦੇ ਵਿੱਚ ਅਸੀਂ ਸਰੀਰ ਨੂੰ ਤਕਲੀਫ ਦਿੰਦੇ ਹਾਂ। ਅਤੇ ਇੱਕ ਤਾਂ ਹੈ ਕਿ ਜੇ ਅਸੀਂ ਬੈਠ ਕੇ ਭਗਤੀ ਕਰਨੀ ਹੈ ਤਾਂ ਉਹ ਤਾਂ ਕਰਨੀ ਹੈ, ਚਲੋ ਗੁਰਦੁਆਰੇ ਦੇ ਵਿੱਚ ਤਾਂ ਬੈਠ ਕੇ ਹੀ ਕਰ ਸਕਦੇ ਹਾਂ। ਅਤੇ ਉਂਝ ਕਈ ਵਾਰੀ ਹੁੰਦਾ ਹੈ ਕਿ ਅਸੀਂ ਇੰਨਾ ਹੱਠ ਕਰਦੇ ਹਾਂ ਅਤੇ ਸਰੀਰ ਨੂੰ ਤਕਲੀਫ ਹੁੰਦੀ, ਸਾਡਾ ਧਿਆਨ ਫਿਰ ਲੱਗਦਾ ਨਹੀਂ, ਇਹਦੇ ਨਾਲ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਨੇ ਇੱਥੇ ਸਾਨੂੰ ਸਮਝਾ ਦਿੱਤਾ, ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਨਾ ਮਨ ਸਿਉ ਲਿਆਵੈ। ਇਹ ਇਹਨਾਂ ਨੂੰ ਆਪਣੇ ਮਨ 'ਚ ਹੀ ਨਹੀਂ ਲਿਆਉਣਾ, ਪੰਜਾਂ ਦੂਤਾਂ ਨੂੰ ਅਤੇ ਹੱਠ ਨੂੰ। ਫਿਰ ਕਹਿੰਦੇ ਕੀ ਹੋਊਗਾ, ਕਹਿੰਦੇ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਕਹਿੰਦੇ ਫਿਰ ਤੁਸੀਂ ਜੇ ਐਸਾ ਕਰੋਗੇ ਨਾ, ਮਾਇਆ ਤੋਂ ਉਦਾਸ ਰਹੋਗੇ ਮਨ ਦੁਆਰਾ, ਕਿ ਇਹਦੇ ਵਿੱਚ ਵਾਲਾ ਜੀ ਨਹੀਂ ਲੱਗਦਾ। ਦੈਟ ਡਜ਼ਨਟ ਮੀਨ ਕਿ ਹੱਸੋ ਖੇਡੋ ਨਾ ਸੰਸਾਰ ਵਿੱਚ, ਜਿਸ ਮੀਨਸ ਕਿ ਤੁਸੀਂ ਆਪਣੇ ਸੰਸਾਰ ਤੋਂ ਜਿਹੜੇ ਸੰਸਾਰਕ ਜਿਹੜੇ ਫੁਰਨੇ ਆ ਤ੍ਰੈਗੁਣ ਆ ਇਹਨਾਂ ਤੋਂ ਉੱਪਰ ਉੱਠੇ ਰਹਿੰਦੇ ਆ, ਅਤੇ ਕਾਮ ਕ੍ਰੋਧ ਹੰਕਾਰ ਤੋਂ ਹੱਠ ਤੋਂ ਤੁਸੀਂ ਰਹਿਤੇ ਆ। ਕਹਿੰਦੇ ਤੁਹਾਨੂੰ ਆਤਮਿਕ ਤੱਤ ਦੇ ਦਰਸ਼ਨ ਹੋਣਗੇ, ਆਤਮਾ ਦੇ ਦਰਸ਼ਨ ਹੋਣਗੇ। ਅਤੇ ਮਹਾਰਾਜ ਨੇ ਸਮਝਾ ਦਿੱਤਾ, ਜਿਨੀ ਆਤਮ ਚੀਨਿਆ ਪ੍ਰਮਾਤਮ ਸੋਏ, ਕਿ ਜਿਨ੍ਹਾਂ ਨੇ ਆਤਮਾ ਨੂੰ ਚੀਨ ਲਿਆ ਉਹ ਪ੍ਰਮਾਤਮਾ ਵਿੱਚ ਹੀ ਮਿਲ ਜਾਂਦੇ ਆ। ਸੋ ਥੋੜ੍ਹੇ ਕੁ ਸਵਾਲ ਹੈਗੇ ਆ, ਕਿਰਪਾ ਕਰਕੇ ਉੱਦਾਂ ਸੰਡੇ ਵਾਲੇ ਪ੍ਰੋਗਰਾਮ ਲਈ ਰੱਖ ਦਿਆ ਕਰੋ। ਵਾਹਿਗੁਰੂ ਜੀ, if Pavan is Guru of Sarguna visible form and Shabd Guru is Saral Nirgun form, then why is Pavan considered as a form of Maya too? Okay, that's a good question. ਪੌਣ ਜਿਹੜੀ ਆ, ਮਹਾਰਾਜ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਪੌਣ ਨੂੰ ਗੁਰੂ ਦਾ ਖਿਤਾਬ ਦਿੱਤਾ ਹੋਇਆ ਕਿ ਸ਼ਬਦ ਗੁਰੂ, ਜਿਹੜਾ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਜਿਹੜਾ ਸ਼ਬਦ ਸਾਨੂੰ ਸੁਣਦਾ ਅੰਤਰਗਤ ਨਾਮ, ਉਹ ਸਾਡੀ ਸੁਰਤੀ ਲਈ ਗੁਰੂ ਆ, ਸੁਰਤੀ ਸਾਡੀ ਉਹਦਾ ਚੇਲਾ ਹੈ। ਜਿਹੜੀ ਪੌਣ ਆ,
ਪੌਣ ਇੱਧਰਲੇ ਪਾਸੇ ਸਾਨੂੰ ਤ੍ਰੈਗੁਣਾਂ ਦੇ ਵਿੱਚ ਲਿਜਾਂਦੀ ਆ। ਇਹੀ ਜਿਹੜਾ ਹੁਣ ਵਿਚਾਰ ਕਰ ਰਹੇ ਸੀ ਕਿ ਸੱਜੇ ਪਾਸੇ ਰਾਖਸ਼ਾਂ ਦੀ ਨਦੀ ਆ, ਜਦੋਂ ਸਾਡਾ ਮਨ ਪੌਣ ਵਿੱਚ ਮਿਲ ਕੇ ਸੱਜੇ ਪਾਸੇ ਚਲੇ ਜਾਂਦਾ ਆ, ਉਸ ਵੇਲੇ ਸਾਡਾ ਮਨ ਤਮੋਗੁਣੀ ਹੁੰਦਾ ਆ। ਇਹ ਪੌਣ ਜਿਹੜੀ ਆ ਇਹ ਵੀ ਮਾਇਆ ਦੇ ਵਿੱਚ ਆ। ਜਿੰਨੇ ਵੀ ਤੱਤ ਆ ਇਹ ਸਾਰੇ ਮਾਇਆ ਦੇ, ਤਾਂ ਇਹਨੂੰ ਮਾਇਆ ਗਿਣਿਆ ਜਾਂਦਾ ਪੌਣ ਨੂੰ ਵੀ। ਜੇਕਰ ਅਸੀਂ ਪੌਣ ਨਾਲ ਜੁੜ ਕੇ ਤਮੋਗੁਣੀ ਹੋ ਜਾਂਦੇ, ਸਾਡੀ ਸੁਰਤੀ ਸੱਜੇ ਪਾਸੇ ਨੂੰ ਚਲੇ ਜਾਂਦੀ ਆ, ਤੇ ਫਿਰ ਵੀ ਅਸੀਂ ਇੱਧਰ ਤ੍ਰੈਗੁਣਾਂ 'ਚ ਰਹਿ ਜਾਂਦੇ ਹਾਂ। ਜੇਕਰ ਇਹ ਖੱਬੇ ਪਾਸੇ ਚਲੇ ਜਾਏ, ਸਾਡਾ ਜਿਹੜਾ ਪੌਣ ਦੇ ਵਹਾਅ ਦੇ ਵਿੱਚ, ਹੁਣ ਪਹਿਲਾਂ ਤਾਂ ਵਿਧੀ ਦੱਸੀ ਸੀ ਨਾ ਕਿ ਸੱਜੇ ਪਾਸੇ ਨੂੰ ਛੱਡਣਾ, ਰਜੋਗੁਣ ਤੇ ਤਾਂ ਚਲੋ ਸਾਰੇ ਆਉਂਦੇ ਆ, ਫਿਰ ਅਸੀਂ ਸਤੋਗੁਣੀ ਹੋਣਾ। ਇਹ ਫਿਰ ਅਸੀਂ ਧਿਆਨ ਦੀ ਅਵਸਥਾ ਦੇ ਵਿੱਚ ਤਾਂ ਉੱਪਰ ਉੱਠ ਸਕਦੇ, ਜਿਹੜੀ ਵਿਧੀ ਉਹ ਦੱਸੀ ਸੀਗੀ। ਪਰ ਜੇ ਪੌਣ ਦੇ ਵਿੱਚ ਮਿਲ ਕੇ ਇਹ ਜਿਹੜਾ ਸਾਡਾ ਮਨ ਖੱਬੇ ਪਾਸੇ ਆ ਜਾਏ, ਤੇ ਫਿਰ ਇਹ ਰਜੋਗੁਣੀ ਫੁਰਨੇ ਵਿਚਾਰ ਲੈਣ ਲੱਗ ਪੈਂਦਾ। ਤਾਂ ਇਹ ਪੌਣ ਜਿਹੜੀ ਹੈ ਮਾਇਆ ਦਾ ਵੀ ਰੂਪ ਹੈ। ਸੋ ਜਿਨ੍ਹਾਂ ਨੇ ਨਹੀਂ ਸਮਝ ਆਈ ਕਿ ਸਵਾਲ ਕੀ ਸੀ, ਉਹ ਪੰਜਾਬੀ 'ਚ ਦੱਸ ਦਿੰਦਾ ਕਿ ਗੁਰਮੁਖਾਂ ਨੇ ਪੁੱਛਿਆ ਸੀਗਾ ਕਿ ਜਿਹੜੇ ਪੌਣ ਆ, ਜੇ ਇਹ ਸਰਗੁਣ ਸਰੂਪ ਦਾ ਗੁਰੂ ਆ, ਤੇ ਫਿਰ ਜਿਹੜਾ ਸ਼ਬਦ ਗੁਰੂ ਆ ਉਹ ਨਿਰਗੁਣ ਸਰੂਪ ਹੈ, ਤੇ ਜਿਹੜੇ ਪੌਣ ਆ ਇਹਨੂੰ ਮਾਇਆ ਕਿਉਂ ਗਿਣਿਆ ਜਾਂਦਾ? ਪੌਣ ਜਿਹੜਾ ਆ ਇਹ ਮਾਇਆ ਦੇ ਵਿੱਚ ਸਾਨੂੰ ਲਿਜਾਂਦੀ ਆ, ਫੁਰਨਿਆਂ ਦੇ ਵਿੱਚ। ਇਹ ਸਾਡੇ ਮਨ ਨੂੰ ਉਡਾ ਕੇ ਲਿਜਾਂਦੀ ਆ। ਜਦੋਂ ਅਸੀਂ ਗਗਨ ਵਿੱਚ ਪ੍ਰਵੇਸ਼ ਹੋ ਜਾਂਦੇ ਹਾਂ, ਜਿੱਥੇ 10ਵੇਂ ਦੁਆਰ ਆ, ਸੱਚੇ ਮਹਿਲ ਵਿੱਚ ਚਲੇ ਜਾਂਦੇ ਹਾਂ, ਫਿਰ ਪੌਣ ਸਾਡਾ ਵਿਗਾੜ ਨਹੀਂ ਸਕਦੇ। ਜਿਹਨੂੰ ਮਹਾਰਾਜ ਕਹਿੰਦੇ ਸੱਚੇ ਮਹਿਲ ਨਿਵਾਸ ਨਿਰੰਤਰ, ਆਵਣ ਜਾਣ ਚਕਾਇਆ, ਨਾ ਮਨ ਚੱਲੇ ਨਾ ਪੌਣ ਉਡਾਵੇ। ਉੱਥੋਂ ਮਨ ਫਿਰ ਆਪ ਨਹੀਂ ਉੱਠਦਾ। ਮਹਾਰਾਜ ਜਦੋਂ ਸਾਨੂੰ ਭੇਜਣਾ ਚਾਹੁੰਦੇ ਆ, ਫਿਰ ਸਾਨੂੰ ਭੇਜਦੇ ਆ, ਤੇ ਉਂਝ ਉੱਥੋਂ ਪੌਣ ਉਡਾ ਕੇ ਸਾਨੂੰ ਲਿਜਾ ਨਹੀਂ ਸਕਦੇ। ਫਿਰ ਇੱਕ ਸਵਾਲ ਆਇਆ, ਭਾਈ ਸਾਹਿਬ ਇਹ ਦੱਸੋ ਜੀ, ਕਮਜ਼ੋਰੀ ਨੂੰ ਸਟਰੋਂਗ ਕਿੱਦਾਂ ਬਣਾਇਆ ਜਾ ਸਕਦਾ ਹੈ ਜੀ? ਸਾਡਾ ਜਿਹੜਾ ਮਨ ਆ, ਸਭ ਤੋਂ ਪਹਿਲਾਂ ਇਹੀ ਕਮਜ਼ੋਰ ਆ ਫੁਰਨਿਆਂ ਦੇ ਵਿੱਚ। ਜੇਕਰ ਸਾਡਾ ਮਨ ਕਮਜ਼ੋਰ ਆ ਫੁਰਨਿਆਂ ਦੇ ਵਿੱਚ, ਤੇ ਫਿਰ ਸਰੀਰ ਨੇ ਵੀ ਕਮਜ਼ੋਰ ਹਮੇਸ਼ਾ ਹੋਣਾ ਹੈ। ਤਾਂ ਹੀ ਅਸੀਂ ਆਪਣੇ ਮਨ ਨੂੰ ਤਾਕਤਵਰ ਕਰੀਏ। ਜੇਕਰ ਅਸੀਂ ਤ੍ਰੈਗੁਣਾਂ ਤੋਂ ਅਤੀਤ ਹੁੰਦੇ ਹਾਂ, ਤ੍ਰੈਗੁਣਾਂ ਤੋਂ ਆਪਣੇ ਮਨ ਨੂੰ ਉੱਪਰ ਉਠਾਉਂਦੇ ਹਾਂ, ਸਾਡਾ ਮਨ ਇਕਾਗਰ ਹੁੰਦਾ ਆ। ਹੁਣ ਦੇਖੋ ਕਿ ਸੰਸਾਰ ਵਿੱਚ ਅਸੀਂ ਜਿੰਨੇ ਵੀ ਸਾਡੇ ਗਿਆਨ ਇੰਦਰੀਆਂ ਦਾ ਇਸਤੇਮਾਲ ਕਰਦੇ ਹਾਂ, ਅਸੀਂ ਬਾਹਰ ਅੱਖਾਂ ਰਾਹੀਂ ਦੇਖਦੇ ਹਾਂ, ਕੰਨਾਂ ਰਾਹੀਂ ਬਾਹਰ ਸੁਣਦੇ ਹਾਂ, ਅਸੀਂ ਫੋਨ 'ਤੇ ਵੀ ਲੱਗੇ ਰਹਿੰਦੇ ਹਾਂ, ਮਾਇਆ ਦੀਆਂ ਚੀਜ਼ਾਂ ਦੇਖਦੇ ਰਹਿੰਦੇ ਹਾਂ। ਟੈਕਨੋਲੋਜੀ ਦਾ ਇੰਨਾ ਵਾਧਾ ਹੋ ਚੁੱਕਾ ਹੈ ਕਿ ਸਾਡੇ ਫੁਰਨੇ ਜਿਹੜੇ ਆ ਰੁਕਣੋਂ ਹਟ ਗਏ, ਕਿਉਂਕਿ ਅਸੀਂ ਟੈਕਨੋਲੋਜੀ ਨਾਲ ਜੁੜ ਗਏ। ਸਾਨੂੰ ਹਰ ਵਕਤ ਇਨਫੋਰਮੇਸ਼ਨ ਜਿਹੜਾ ਆ ਮਿਲੀ ਜਾਂਦਾ, ਕਦੇ TV ਦੇਖਦੇ ਆ, ਰੇਡੀਓ ਦੇਖਦੇ ਆ। ਇਹਦੇ ਨਾਲ ਚੀਜ਼ਾਂ ਸਾਡੇ ਜਿਹੜਾ ਮਨ ਕਮਜ਼ੋਰ ਹੁੰਦਾ ਆ। ਹੁਣ ਤੁਸੀਂ ਦੇਖੋਗੇ ਕਿ ਕਈਆਂ ਦੀ ਰੁਚੀ ਜਿਹੜੀ ਹੈ, ਕਈ ਸੀਗੇ ਕਿ ਹੁਣ ਪਿਤਾ ਜੀ ਹੁਣੇ 2-3 ਘੰਟੇ ਲਗਾਤਾਰ ਇਹਦਾ ਕਥਾ ਕਰ ਲੈਂਦੇ, ਤੇ ਲੋਕਾਂ ਨੇ ਧਿਆਨ ਨਾਲ ਸੁਣਨਾ। ਅੱਜ ਰੁਚੀ ਲੋਕਾਂ ਦੀ ਕੀ ਹੋ ਗਈ ਹੈ? ਲੋਕੀ ਚਾਹੁੰਦੇ ਕਿ 15 ਮਿੰਟਾਂ ਦੇ ਵਿੱਚ ਸਾਨੂੰ ਕੋਈ ਗੱਲ ਸਮਝਾ ਦੇ। ਇਹੀ ਰੁਚੀ ਹੋ ਗਈ ਹੈ ਸੰਸਾਰ ਵਿੱਚ। ਕਿਉਂ ਹੋਈ ਆ? ਕਿਉਂਕਿ ਅਸੀਂ ਇੰਨਾ ਉਹ ਦੇਖਦੇ ਹਾਂ YouTube 'ਤੇ ਇੱਦਾਂ ਵਗੈਰਾ। ਅਸੀਂ ਚਾਹੁੰਦੇ ਕਿ ਜਿਹੜੀ ਅਧਿਆਤਮਕ ਗੱਲ ਆ ਸਾਡੇ ਦਿਮਾਗ ਦੇ ਵਿੱਚ 5 ਮਿੰਟਾਂ 'ਚ ਵੜ ਜਾਏ, ਤੇ 5 ਮਿੰਟਾਂ ਬਾਅਦ ਨਹੀਂ ਤਾਂ ਸਾਡਾ ਧਿਆਨ ਹੀ ਪਾਸੇ ਚਲੇ ਜਾਂਦਾ ਹੈ। ਰੁਚੀ ਨਹੀਂ ਹੈਗੀ। ਇਹਦਾ ਮਤਲਬ ਸਾਡੇ ਕਮਜ਼ੋਰ ਹੋ ਚੁੱਕਾ ਹੈ ਮਨ। ਤੇ ਅਸੀਂ ਜੇਕਰ ਆਪਣੇ ਮਨ ਨੂੰ ਤ੍ਰੈਗੁਣਾਂ ਤੋਂ ਉੱਪਰ ਉਠਾਵਾਂਗੇ, ਕੋਈ ਬ੍ਰੇਕ ਲਈਏ ਇਸ ਮਾਇਆ ਤੋਂ, ਕੰਨਾਂ ਦੁਆਰਾ ਅਸੀਂ ਅੰਦਰਲੀ ਗੱਲ ਜਿਹੜੀ ਆ, ਜੋ ਅਨਹਦ ਸ਼ਬਦ ਆ, ਅੰਦਰਲੇ ਬਚਨ ਪ੍ਰਮਾਤਮਾ ਕਰਦੇ ਆ, ਜੋ ਅਨਹਦ ਸ਼ਬਦਾਂ ਦੇ ਰੂਪ ਦੇ ਵਿੱਚ ਸਾਨੂੰ ਨਾਮ ਸੁਣਾਉਂਦੇ ਆ, ਉਹਨੂੰ ਸੁਣੀਏ। ਅੱਖਾਂ ਨੂੰ ਰੈਸਟ ਕਰ ਲਈਏ, ਇਹਨਾਂ ਨੂੰ ਛੱਡੀਏ, ਤੇ ਕੰਨਾਂ ਦੇ ਵਿੱਚ ਸੁਰਤੀ ਲੈ ਜਾਈਏ। ਆਪਣੇ ਸਰੀਰ ਨੂੰ ਰੈਸਟ ਕਰੀਏ, ਮਨ ਅੰਦਰੋਂ ਜਾਗਤ ਰਵੇ, ਤੇ ਉਹ ਨਾਮ ਨਾਲ ਜੁੜੇ। ਇੱਦਾਂ ਫਿਰ ਸਾਡਾ ਜਿਹੜਾ ਮਨ ਆ ਸਟਰੋਂਗ ਹੁੰਦਾ ਜਾਂਦਾ ਹੈ। ਤੇ ਜੇ ਇਹ ਸਟਰੋਂਗ ਹੋਵੇਗਾ, ਫਿਰ ਸਾਡਾ ਸਰੀਰ ਆ ਇਹ ਵੀ ਤਾਕਤਵਰ ਹੋਵੇਗਾ। ਵਾਹਿਗੁਰੂ ਜੀ, ਕੁਝ ਦਿਨਾਂ ਤੋਂ ਜਦੋਂ ਵੀ ਮੈਂ ਸਿਮਰਨ ਕਰਨ ਬੈਠਦੀ ਹਾਂ, ਇੰਝ ਲੱਗਦਾ ਜਿਵੇਂ ਜਿੱਥੇ ਬੈਠੀ ਹਾਂ ਉਹ ਜਗ੍ਹਾ ਤੇ ਬਾਡੀ ਬਹੁਤ ਹਿੱਲ ਰਹੀ ਆ, ਹਾਰਟ ਬੀਟ ਦੀ ਰਿਦਮ ਨਾਲ, ਪਰ ਅਸਲ ਕੁਝ ਹੀ ਨਹੀਂ ਹੋ ਰਿਹਾ ਹੁੰਦਾ। ਕਦੀ ਕਦੀ ਤਾਂ ਬਹੁਤ ਹਿਲਦਾ ਮਹਿਸੂਸ ਹੁੰਦਾ ਹੈ। ਇਹਨੂੰ ਕਹਿੰਦੇ ਕਿ ਸਰੀਰ ਵਾਈਬ੍ਰੇਸ਼ਨ ਕਰਦਾ ਹੈ। ਕਈ ਵਾਰੀ ਇਹਦਾ ਮਹਿਸੂਸ ਹੁੰਦਾ ਹੈ, ਪਰ ਇਹ 'ਚ ਕੋਈ ਘਬਰਾਉਣ ਵਾਲੀ ਗੱਲ ਨਹੀਂ, ਇਹ ਨੋਰਮਲ ਹੈ। ਜਿਵੇਂ ਜਿਵੇਂ ਤੁਸੀਂ ਅਭਿਆਸ ਕਰੋਗੇ, ਕਈ ਵਾਰੀ ਸ਼ਬਦ ਦੀ ਇੱਦਾਂ ਵਾਈਬ੍ਰੇਸ਼ਨ ਹੁੰਦੀ ਹੈ, ਅਤੇ ਸਾਨੂੰ ਇੱਦਾਂ ਮਹਿਸੂਸ ਹੁੰਦਾ ਹੈ ਕਿ ਸਾਡਾ ਫਿਜ਼ੀਕਲ ਬਾਡੀ ਹਿੱਲ ਰਹੀ ਹੈ, ਪਰ ਸਾਡਾ ਅੰਦਰੋਂ ਸੂਖਮ ਹਿੱਲ ਰਿਹਾ ਹੁੰਦਾ।
ਸੂਖਮ ਸਰੀਰ ਜਿਹੜਾ ਆ, ਇਸ ਸਰੀਰ ਜਿਹੜਾ ਸਥੂਲ ਸਰੀਰ ਹੈ, ਇਸ ਦੇ ਵਿੱਚ ਸਮਾਇਆ ਹੋਇਆ ਹੈ। ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਹਾਂ ਤੇ ਇਹ ਮਨ ਆਪਣਾ ਆਕਾਰ ਨੂੰ ਸਮੇਟਦਾ ਆ ਤੇ ਇਹ ਸਰੀਰ ਨੂੰ ਛੱਡਣ ਲੱਗਾ ਹੁੰਦਾ ਮਨ, ਤੇ ਮਨ ਜਿਹੜਾ ਹੈ ਸੁੰਨ ਵਿੱਚ ਸਮਾਉਣ ਲੱਗ ਪੈਂਦਾ। ਇਹ ਜਿਹੜਾ ਸੁੰਨ ਹੋਣ ਲੱਗ ਪੈਂਦਾ ਇਹ ਸਰੀਰ, ਜਦੋਂ ਇਹ ਸਰੀਰ ਸੁੰਨ ਹੋਣ ਲੱਗ ਪੈਂਦਾ ਮਨ ਫਿਰ ਸਹਿਜੇ ਹੀ ਇਸ ਨੂੰ ਛੱਡ ਦਿੰਦਾ ਆ। ਤੇ ਕਈ ਵਾਰੀ ਐਸਾ ਕਰਦੇ ਕਰਦੇ ਇੱਦਾਂ ਮਹਿਸੂਸ ਹੁੰਦਾ ਹੈ ਕਿ ਸਾਡਾ ਸਰੀਰ ਹਿੱਲ ਰਿਹਾ ਆ, ਪਰ ਇੱਥੇ ਘਬਰਾਉਣ ਦੀ ਗੱਲ ਨਹੀਂ। ਕਈ ਵਾਰੀ ਕੀ ਹੁੰਦਾ ਆ, ਉਂਝ ਸਾਡਾ ਜਿਹੜਾ ਸਰੀਰ ਆ, ਸਾਡੀ ਜਿਹੜੀ ਗਰਦਨ ਆ, ਅਸੀਂ ਸਿਰ ਨੂੰ ਕਾਫੀ ਵਾਰ ਸਿੱਟਣ ਲੱਗ ਪੈਂਦੇ ਹਾਂ ਜਦੋਂ ਅਸੀਂ ਸੁੰਨ 'ਚ ਸਮਾਉਂਦੇ ਹਾਂ। ਅਤੇ ਕਈ ਵਾਰੀ ਕੀ ਹੁੰਦਾ ਹੈ ਕਿ ਕੰਬਣੀ ਵੀ ਛਿੜ ਜਾਂਦੀ ਹੈ। ਅਤੇ ਜੇਕਰ ਸਾਨੂੰ ਇੱਦਾਂ ਮਹਿਸੂਸ ਹੋਵੇ ਕਿ ਬਹੁਤ ਵਾਰੀ ਇੱਦਾਂ ਸਿਰ ਡਿੱਗ ਰਿਹਾ ਅਤੇ ਸਾਡੇ ਜਿਹੜੀਆਂ ਨਾੜਾਂ ਆ ਇਹਨਾਂ ਨੂੰ ਖਿੱਚ ਨਾ ਪਵੇ, ਉਦੋਂ ਫਿਰ ਤੁਸੀਂ ਸਿੱਧਾ ਟੂਹੀ ਭਾਨੇ ਲੇਟ ਲੈਣਾ ਅਤੇ ਆਪਣਾ ਅਭਿਆਸ ਜਾਰੀ ਰੱਖਣਾ। ਗੁਰਦੁਆਰੇ ਜਾਂ ਸੰਗਤ ਵਿੱਚ ਤੁਸੀਂ ਇੱਦਾਂ ਕਰ ਨਹੀਂ ਸਕਦੇ, ਉੱਥੇ ਬੈਠ ਕੇ ਹੀ ਕਰਨਾ ਪਊਗਾ। ਪਰ ਜਦੋਂ ਤੁਸੀਂ ਘਰੇ ਇਕਾਂਤ ਅਭਿਆਸ ਕਰ ਰਹੇ ਆ ਅਤੇ ਉੱਥੇ ਤੁਸੀਂ ਇੱਦਾਂ ਕਰ ਸਕਦੇ ਆ। ਇਹ 'ਚ ਘਬਰਾਉਣ ਦੀ ਗੱਲ ਨਹੀਂ, ਅਭਿਆਸ ਜਿਹੜਾ ਤੁਹਾਡਾ ਉਹ ਸਹੀ ਚੱਲ ਰਿਹਾ ਆ। ਇੱਕ ਗੁਰਮੁਖਾਂ ਨੇ ਸਵਾਲ ਪੁੱਛਿਆ, ਵਾਹਿਗੁਰੂ ਜੀ, ਕਿਆ ਲੋਕ ਪੈਸੇ ਲੈ ਕੇ ਨਾਦ ਚਲਵਾ ਲੈਂਦੇ ਨੇ ਬਟ ਬਾਅਦ ਵਿੱਚ ਉਹ ਨਾਦ ਵਿੱਚ ਧਿਆਨ ਲਗਾ ਕੇ ਹੋਰ ਐਰੋਗੈਂਟ ਐਂਡ ਡਿਸਟਰਬਡ ਹੋ ਜਾਂਦਾ ਹੈ, ਇਹਨੂੰ ਸੁਣ ਵਿੱਚ ਨਹੀਂ ਜਾ ਪੈਂਦਾ, ਇਸ ਪਿੱਛੇ ਕੀ ਰੀਜ਼ਨ ਹੈ? ਵਾਹਿਗੁਰੂ ਜੀ, ਇਹ ਮੈਂ ਪਹਿਲੀ ਵਾਰੀ ਗੁਰਮੁਖੋਂ ਸੁਣਿਆ ਕਿ ਪੈਸੇ ਲੈ ਕੇ ਲੋਕ ਜਿਹੜੇ ਨਾਦ ਚਲਵਾ ਲੈਂਦੇ ਆ। ਉਹ ਉੱਥੇ ਤਾਂ ਪੈਸੇ ਜਾਂ ਰਿਸ਼ਵਤ ਚੱਲਦਾ ਨਹੀਂ ਦਰਗਾਹ ਦੇ ਵਿੱਚ ਜਿਹਦੇ ਨਾਲ ਨਾਦ ਚੱਲ ਜਾਂਦਾ। ਪਰ ਮੈਂ ਤੁਹਾਡਾ ਇਸ਼ਾਰਾ ਸਮਝਦਾ ਹਾਂ ਕਿ ਲੋਕ ਐਸੇ ਨੇ ਸੰਸਾਰ ਵਿੱਚ ਜਿਹੜੇ ਅਨਾੜੀ ਸੰਤ ਨੇ, ਉਹ ਲੋਕਾਂ ਤੋਂ ਪੈਸੇ ਵੀ ਲੈਂਦੇ ਆ, ਪੇਮੈਂਟ ਲੈਂਦੇ ਆ ਅਤੇ ਫਿਰ ਉਹਨਾਂ ਨੂੰ ਮੈਡੀਟੇਸ਼ਨ ਸਿਖਾਉਂਦੇ ਆ। ਅਤੇ ਉਹ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਕਿ ਅਸੀਂ ਨਾਦ ਸੁਣਦੇ ਹਾਂ, ਨਾਦ ਵਿੱਚ ਤਾਂ ਸਮਾਉਂਦੇ ਹਾਂ, ਪਰ ਉਹ ਅਸਲ ਵਿੱਚ ਨਾਦ ਨੂੰ ਸੁਣ ਨਹੀਂ ਰਹੇ। ਕਈਆਂ ਨੇ ਇਹ ਜਿਹੜੀ ਕਥਾ ਆ ਉਹ ਪਿਤਾ ਜੀ ਤੋਂ ਮੈਮੋਰਾਈਜ਼ ਕੀਤੀ ਹੋਈ ਆ ਅਤੇ ਉਹਨਾਂ ਨੇ ਇਸ ਨੂੰ ਵੀ ਪੈਸੇ ਦਾ ਸਾਧਨ ਬਣਾ ਲਿਆ। ਗੁਰਬਾਣੀ ਨੂੰ ਅਸੀਂ ਪ੍ਰੈਕਟੀਕਲ ਤੌਰ 'ਤੇ ਕਮਾਉਣਾ ਹੁੰਦਾ ਅਤੇ ਅਸੀਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਕਿ ਉਸ ਨਾਦ ਤੱਕ ਪੁੱਜਣ ਦੀ। ਕਈ ਹੈਗੇ ਉਹ ਨਾਦ ਦੀ ਗੱਲ ਕਰਦੇ ਆ, ਉਹ ਸਿਰਫ ਗੱਲ ਕਰ ਰਹੇ ਆ ਕਿ ਲੋਕਾਂ ਨੂੰ ਆਪਣੇ ਵੱਲ ਲਾਉਣ ਲਈ, ਅਤੇ ਉਹ ਜਿਹੜੇ ਐਸੇ ਕਰਦੇ ਆ ਉਹਨਾਂ ਦਾ ਮਕਸਦ ਇਹ ਹੁੰਦਾ ਹੈ ਕਿ ਮਾਇਆ ਜਿਹੜੀ ਹੈ, ਲక్ష్ਮੀ ਜਿਹੜੀ ਹੈ, ਇਹਨੂੰ ਇਕੱਤਰ ਕਰਨਾ। ਉਹ ਗੁਰਬਾਣੀ ਨੂੰ ਇਸ ਕੰਮ ਲਈ ਵਰਤ ਰਹੇ ਹੁੰਦੇ, ਅਕੱਤ ਭੇਦ ਜਿਹੜਾ ਇਸ ਕੰਮ ਲਈ ਵਰਤ ਰਹੇ ਹੁੰਦੇ ਆ। ਸੋ ਉਹਨਾਂ ਨੇ ਤਾਂ ਉੱਦਾਂ ਵੀ ਉਹਨਾਂ 'ਚ ਅੰਦਰੋਂ ਐਰੋਗੈਂਸ ਤਾਂ ਬਹੁਤ ਹੁੰਦੀ ਹੈ, ਅਤੇ ਉਹ ਜਿਹੜੀ ਐਰੋਗੈਂਸ ਆ ਉਹਨਾਂ ਦੀ, ਉਹ ਫਿਰ ਆਪ ਤਾਂ ਉਹਨਾਂ ਦੇ ਮਨ ਅਸ਼ਾਂਤੀ ਹੁੰਦੇ ਆ ਅਤੇ ਫਿਰ ਦੂਜੇ ਨੂੰ ਵੀ ਮੁਸ਼ਕਿਲ ਉਹਨਾਂ ਨੂੰ ਸਮਝਾਉਣਾ ਹੋ ਜਾਂਦਾ ਹੈ। ਉਹ ਫਿਰ ਸਿਰਫ ਬਾਹਰੋਂ ਇੱਕ ਭੇਖ ਰਹਿ ਜਾਂਦਾ ਹੈ। ਅਤੇ ਅਸੀਂ ਬਣਨਾ ਗੁਰੂ ਸਾਹਿਬ ਦੇ ਅਸਲੀ ਸਿੱਖ। ਅਸੀਂ ਪ੍ਰਮਾਤਮਾ ਕਿਰਪਾ ਦੁਆਰਾ ਉਸ ਮਾਲਕ ਨਾਲ ਮਿਲਾਪ ਕਰਨਾ ਹੈ ਜਿਸ ਦੁਆਰਾ ਮੁੜ ਕੇ ਸਾਨੂੰ ਇੱਥੇ ਆਉਣਾ ਨਾ ਪਵੇ। ਹੁਣ ਜਿਹੜੇ ਉਹ ਗਗਨ ਮੰਡਲ ਦੇ ਵਿੱਚ ਜਾ ਕੇ ਸਾਡਾ ਮਿਲਾਪ ਹੁੰਦਾ ਹੈ, ਜਿਹੜੇ ਗਗਨ ਮੰਡਲ ਦੀ ਗੱਲ ਕੀਤੀ ਪਹਿਲਾਂ ਗੁਰਦਾਸਮ ਦੁਆਰ ਦੇ ਵਿੱਚ, ਕਈ ਗੁਰਮੁਖ ਤੁਹਾਡੇ ਵਿੱਚੋਂ ਜਿਹੜੇ ਬਹੁਤ ਚਿਰਾਂ ਦੇ ਸੰਗਤ ਕਰਦੇ, ਤੁਹਾਨੂੰ ਚੇਤੇ ਹੋਊਗਾ ਪਿਤਾ ਜੀ ਵਿਧੀ ਦੱਸਦੇ ਹੁੰਦੇ ਸੀ ਕਿ ਗਗਨ ਮੰਡਲ ਦੇ ਵਿੱਚ ਤੁਸੀਂ ਆਪਣਾ ਜਿਹੜਾ ਚਿੱਤ ਟਿਕਾ ਸਕਦੇ, ਜਿਹਨੂੰ ਮਹਾਰਾਜ ਨੇ ਗੁਰਬਾਣੀ 'ਚ ਕਿਹਾ ਗਗਨ ਮੰਡਲ ਮੇਂ ਰੋਪੇ ਥੰਮ, ਕਿ ਥੰਮਣੇ ਵਾਂਗ ਤੁਸੀਂ ਆਪਣਾ ਜਿਹੜਾ ਚਿੱਤ ਇਕਾਗਰ ਕਰਕੇ ਤੁਸੀਂ ਉੱਥੇ ਰੱਖ ਸਕਦੇ ਆ ਮਨ ਨੂੰ ਗਗਨ ਮੰਡਲ ਦੇ ਵਿੱਚ। ਇਹਦੇ ਨਾਲ ਜਿਹੜੇ ਸਾਡੇ ਮਨ ਦੇ ਫੁਰਨੇ ਆ ਉਹ ਘੱਟ ਜਾਣਗੇ, ਫੁਰਨਿਆਂ ਤੋਂ ਰਹਿਤ ਹੀ ਹੋ ਜਾਏਗਾ ਮਨ, ਜੇ ਅਸੀਂ ਲਗਾਤਾਰ ਇਹਦਾ ਪ੍ਰੈਕਟਿਸ ਕਰਾਂਗੇ। ਉਹਦੇ ਵਿੱਚ ਇਹ ਆ ਕਿ ਧਿਆਨ ਦੀ ਵਿਧੀ ਆ ਤਾਂ ਤੁਰਦੇ ਫਿਰਦੇ ਇਹਦਾ ਘੱਟ ਕਰਨਾ। ਉਦੋਂ ਤਾਂ ਤੁਰਦੇ ਫਿਰਦੇ ਤਾਂ ਸਾਸਗ੍ਰਾਤ ਸਿਮਰਨ, ਸਾਤ ਸਿਮਰਨ ਜਾਂ ਗੁਰਮੰਤਰ ਦਾ ਅਭਿਆਸ ਕਰਨਾ ਹੈ। ਪਰ ਜਦੋਂ ਇਹਦਾ ਧਿਆਨ ਦੀ ਵਿਧੀ ਦੇ ਵਿੱਚ ਬਹਿਣਾ ਹੁੰਦਾ, ਤੁਸੀਂ ਇਹਦਾ ਬੈਠ ਸਕਦੇ ਜਿਨ੍ਹਾਂ ਨੂੰ ਚੇਤੇ ਹੈ, ਜਿਨ੍ਹਾਂ ਨੇ ਉਹ ਜਰਨ ਵਾਲੀ ਸ਼ਕਤੀ ਹਾਸਲ ਕੀਤੀ ਹੈ, ਰੋਮ ਰੋਮ ਸਿਮਰਨ ਤੱਕ ਲੈ ਚੁੱਕੇ ਆ ਗੁਰਮੰਤਰ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਕੋਈ ਬੋਲਦਿਆਂ ਹੋਇਆ ਕੋਈ ਮੇਰੇ ਤੋਂ ਅੱਖਰ ਦਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।